ਜਿਸਨੂੰ ਮਤਿ ਆਵੇ ਸੋ ਸਤਿਗੁਰ ਮਾਹੀ ਸਮਾਨਾ। ਇਹ ਬਾਣੀ ਜੋ ਜੀਉ ਜਾਣੈ ਤਿਸ ਅੰਤਰ ਰਵੈ ਹਰਿ ਨਾਮ। ਬਾਣੀ ਗੁਰੂ ਗੁਰੂ ਹੈ ਬਾਣੀ। ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰਸੀ। ਜੇ ਕੋ ਗੁਰਮੁਖ ਹੋਏ ਇਹ ਬਾਣੀ ਮਹਾਂਪੁਰਖ ਕੀ। ਨਿਜ ਘਰ ਵਾਸਾ ਹੋਏ ਮਾਂਝ ਮਹਿਲਾ ਪੰਜਵਾਂ। ਪੈ ਕਿਰਪਾਲ ਗੋਵਿੰਦ ਗੋਸਾਈ। ਮੇਘ ਵਰਸੈ ਸਭਨੀ ਥਾਈ। ਪੈ ਕਿਰਪਾਲ ਗੋਵਿੰਦ ਗੋਸਾਈ। ਮੇਘ ਵਰਸੈ ਸਭਨੀ ਥਾਈ। ਦੀਨ ਦਇਆਲ ਸਦਾ ਕਿਰਪਾਲਾ। ਠਾਂਡ ਪਾਈ ਕਰਤਾਰੇ ਜੀਓ। ਆਪਣੇ ਜੀ ਜੰਤ ਪ੍ਰਤਪਾਰੇ। ਜਿਉ ਬਾਰਕ ਮਾਤਾ ਸਮਾਰੇ। ਦੁਖ ਭੰਜਨ ਸੁਖ ਸਾਗਰ ਸੁਆਮੀ। ਦੇਤ ਸਗਲ ਆਹਾਰੇ ਜੀਓ। ਜਲ ਥਲ ਪੂਰ ਰਹਿਆ ਮਿਹਰਵਾਨ। ਸਦ ਬਲਿਹਾਰ ਜਾਈਏ ਕੁਰਬਾਨ। ਰਹਿਣ ਦਿਨਸ ਤਿਸ ਸਦਾ ਧਿਆਈ।
देखिन मैं सगल उदारे जियो, राख लिए सगले प्रभ आपे। उतर गए सब सोग संतापे, नाम जपत मन तन हरियावल। प्रभ नानक नदर निहारे जियो, राख लिए सगले प्रभ आपे। उतर गए सब सोग संतापे, नाम जपत मन तन हरियावल। प्रभ नानक नदर निहारे जियो। वाहिगुरु जी का खालसा, वाहिगुरु जी की फतेह। ये पावन शब्द जो मांझ राग अंदर पंजवें पातशाह गुरु अर्जन देव महाराज जी दे पवित्र मुख तो उच्चारण होया। श्री गुरु ग्रंथ साहिब पातशाह महाराज जी दे 105 अंग ते दर्ज है। सतगुरु कृपा करन, उपदेश साडे हिरदियां विच वस जाए। इस शब्द की विचार भाई गुरलाल सिंह जी श्री अमृतसर साहिब वाले आप जी नूं सरवण करवाउणगे। एक दिन का उन्हां दा समा है साडे पास। प्रबंधक सेवादारां वल्लों भाई साहब जी का धन्नवाद। अमृत संचार हर ऐतवार 11 बजे हुंदा है। गुरु घर की सेवा दे विच गुरु के लंगरां वास्ते रसद, कड़ा प्रसाद की देग वास्ते देसी घ्यो, बाला साहब हॉस्पिटल वास्ते बैड तो लैके वेंटीलेटर तक कोई भी सेवा आप जी भेज सकते हो। इमारत की सेवा जथेदार बाबा बचन सिंह जी करवा रहे हैं। धन लखारी नानका दे सिरलेख अधीन 24वां समागम गुरुद्वारा श्री गुरु सिंह सभा इंदरपुरी 18 तरीक नूं शाम नूं 6 बजे तो लैके रात 10 बजे तक होवेगा। जो रोज दे सत्संगी हैं या उस इलाके दे जो संगत है वह जरूर लाहेवंद होवे। घरां दे विच बच्चियां दे नाल पंजाबी बोलिया करो, बच्चियां नूं गुरमुखी पढ़ाओ ताकि साडे बच्चे गुरु ग्रंथ साहब महाराज जी दे चरनी लग सकन। गुरबाणी विरसा संभाल सत्संग टकसाल वालों 18 तरीक 19 तरीक नूं भाई लखी शाह बनजारा हाल अंदर साचे मेल मिलाए समागम किया जा रहा है। अगले समय वास्ते आप जी गुरबाणी विचार सरवण करो जी। वाहिगुरु जी का खालसा,
ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਡੰਡੌਤ ਬੰਦਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਅਗੰਮ ਅਗੋਚਰ ਸੱਚ ਸਾਹਿਬ ਮੇਰਾ, ਨਾਨਕ ਬੋਲੇ ਬੁਲਾਇਆ ਤੇਰਾ। ਨਾਨਕ ਬੋਲੇ ਬੁਲਾਇਆ ਤੇਰਾ। ਵਾਲੀਏ ਕੁਲ ਆਲਮ, ਸਰਵਰ ਕਾਇਨਾਤ, ਰੂਹਾਨੀਅਤ ਦੇ ਮੁਜੱਸਮੇ, ਦਇਆਲਤਾ ਦੇ ਸਾਗਰ, ਪਤਿਤ ਪਾਵਨ ਭਗਤ ਵਸ਼ਲ, ਕਿਰਪਾ ਸਿੰਧ ਸ਼ਬਦ ਗੁਰੂ, ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਮਿਲ ਬੈਠਣ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਗਰੀਬ ਨਿਵਾਜ ਜੀਆਂ ਦੇ ਪਾਵਨ ਮੁਕੱਦਸ ਬਰਕਤਮਈ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਸਤਿਗੁਰੂ ਜੀ ਨੇ ਤਰੁੱਠ ਕਰਕੇ ਆਪਣੀ ਨਿੱਘੀ ਮੁਬਾਰਕ ਗੋਦ ਦਾ ਨਿੱਘ ਸਾਨੂੰ ਕਲਯੁਗੀ ਜੀਵਾਂ ਨੂੰ ਬਖਸ਼ਿਸ਼ ਕੀਤਾ ਹੈ। ਅੰਮ੍ਰਿਤ ਵੇਲੇ ਤੋਂ ਦੀਵਾਨ ਸਜੇ ਹਨ। ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਗੁਰਮੁਖ ਪਿਆਰੇ ਰਾਗੀ ਜਥੇ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪਵਿੱਤਰ ਅਸਥਾਨ ਉੱਪਰ ਜੋ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ, ਜੋ ਸ਼ਬਦ ਅੱਜ ਵਿਚਾਰਨ ਵਾਸਤੇ ਬਖਸ਼ਿਸ਼ ਹੋਇਆ ਹੈ, ਇਸ ਪਵਿੱਤਰ ਸ਼ਬਦ ਦਾ ਪਾਠ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਮੁੱਖ ਗ੍ਰੰਥੀ ਜੀ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਆਓ ਇਸ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਜਿਤਨੇ ਸਰੀਰ ਆਪ ਜੀ ਸਤਿਗੁਰੂ ਦੇ ਹਜ਼ੂਰ ਜੁੜ ਕਰਕੇ ਬੈਠੇ ਹੋ ਜਾਂ ਲਾਈਵ ਪ੍ਰੋਗਰਾਮ ਦੇ ਰਾਹੀਂ ਆਪਣੀ ਸੁਰਤ ਗੁਰਚਰਨਾਂ ਅੰਦਰ ਜੋੜ ਕਰ ਬੈਠੇ ਹੋ, ਆਓ ਬਾ ਅਦਬ ਸਾਹਿਬਾਂ ਨੂੰ ਸੀਸ ਝੁਕਾਈਏ,
ਫਤਿਹ ਬੁਲਾਈਏ ਅਦਬ ਸਤਕਾਰ ਸਹਿਤ ਕਹੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਸਤਿਗੁਰੂ ਜੀ ਨੇ ਦਇਆ ਕਰਕੇ ਤਰਸ ਕਰਕੇ ਇਹ ਅੱਜ ਦੇ ਪਵਿੱਤਰ ਬਚਨ ਜੋ ਮਾਝ ਰਾਗ ਦੇ ਅੰਦਰ ਬਖਸ਼ਿਸ਼ ਕੀਤੇ ਹਨ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 105 ਉੱਪਰ ਇਹ ਪਵਿੱਤਰ ਸ਼ਬਦ ਸੁਭਾਇਮਾਨ ਹੈ। ਸਤਿਗੁਰੂ ਬਖਸ਼ਿਸ਼ ਕਰਦੇ ਹਨ। ਮਾਝ ਮਹੱਲਾ ਪੰਜਵਾਂ। ਭਏ ਕਿਰਪਾਲ ਗੋਵਿੰਦ ਗੋਸਾਈ, ਮੇਘ ਵਰਸੈ ਸਭਨੀ ਥਾਈ। ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ, ਜੋ ਸਦਾ ਹੀ ਦਇਆਲੂ ਤੇ ਕਿਰਪਾਲੂ ਹੈ, ਜੋ ਧਰਤੀ ਦਾ ਮਾਲਕ ਹੈ, ਇਸ ਸਾਰੀ ਸ੍ਰਿਸ਼ਟੀ ਦਾ ਜੋ ਰਚਣਹਾਰਾ ਵਾਹਿਗੁਰੂ ਹੈ, ਸਾਹਿਬ ਉਸ ਦੀ ਕਿਰਪਾ ਦਾ ਵਰਣਨ ਕਰਦਿਆਂ ਹੋਇਆਂ ਮੇਘ ਦੀ ਬੱਦਲਾਂ ਦੀ ਉਦਾਹਰਣ ਦੇ ਰਹੇ ਹਨ। ਸਾਹਿਬ ਆਖਿਆ ਕਿ ਉਹ ਅਕਾਲ ਪੁਰਖ ਵਾਹਿਗੁਰੂ ਜਿਸ ਵੇਲੇ ਕਿਰਪਾ ਕਰਦਾ ਹੈ ਤਾਂ ਮੇਘ ਵਰਸੈ ਸਭਨੀ ਥਾਈ। ਬੱਦਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਅੰਦਰ ਸਾਰੀ ਸ੍ਰਿਸ਼ਟੀ ਦੇ ਉੱਪਰ, ਸਾਰੀ ਧਰਤੀ ਦੇ ਉੱਪਰ ਜਿਹੜਾ ਹੈ ਉਹ ਵਰਦੇ ਹਨ, ਭਾਵ ਮੀਂਹ ਪੈਂਦਾ ਹੈ। ਇਹਦੇ ਬਾਹਰੀ ਅਰਥ, ਅਖਰੀ ਅਰਥ ਬਹੁਤ ਸੁਖੈਨ ਤੇ ਸੁਖਾਲੇ ਨੇ, ਪਰ ਜਿਸ ਵੇਲੇ ਇਹਨਾਂ ਬਚਨਾਂ ਦੇ ਅੰਤਰੀਵ ਭਾਵ ਨੂੰ ਸਮਝਣ ਦਾ ਯਤਨ ਕਰਾਂਗੇ ਤਾਂ ਸਾਨੂੰ ਆਪਣੇ ਜੀਵਨ ਦੀ ਖਾਤਰ, ਆਪਣੀ ਜ਼ਿੰਦਗੀ ਦੇ ਵਾਸਤੇ ਬੇਅੰਤ ਵੱਡਾ ਲਾਹਾ ਜੋ ਹੈ ਇਹਨਾਂ ਬਚਨਾਂ ਦੇ ਵਿੱਚੋਂ ਪ੍ਰਾਪਤ ਹੋਵੇਗਾ। ਸਾਹਿਬ ਆਖਦੇ ਨੇ ਭਏ ਕਿਰਪਾਲ, ਉਹ ਅਕਾਲ ਪੁਰਖ ਵਾਹਿਗੁਰੂ ਕਿਰਪਾਲੂ ਦਇਆਲੂ ਅਕਾਲ ਪੁਰਖ ਦਾਤਾ, ਉਹਨੇ ਕਿਰਪਾ ਕਰਕੇ ਗੁਰੂ ਰੂਪੀ ਮੇਘ ਨੂੰ ਸਾਡੀ ਜ਼ਿੰਦਗੀ ਵਿੱਚ ਭੇਜ ਦਿੱਤਾ ਹੈ। ਕਿਸ ਵਾਸਤੇ? ਕਿ ਸਤਿਗੁਰੂ ਦੇ ਸਦਕਾ ਹੀ ਨਾਮ ਰੂਪੀ ਵਰਖਾ ਜਿਹੜੀ ਹੈ ਉਹ ਸਾਡੇ ਜੀਵਨ ਦੇ ਅੰਦਰ ਹੋਣੀ ਹੈ। ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਅੰਦਰ ਆਪਾਂ ਇੱਕ ਬਚਨ ਪੜ੍ਹਦੇ ਹਾਂ, ਬਾਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ, ਮੇਘੈ ਨੋ ਫੁਰਮਾਨ ਹੋਆ ਵਰਸੋ ਕਿਰਪਾ ਧਾਰ। ਉਦਾਹਰਣ ਤਾਂ ਬਬੀਹੇ ਦੀ ਹੈ, ਪਰ ਜਿਸ ਵੇਲੇ ਇਸ ਉਦਾਹਰਣ ਦੇ ਪਿੱਛੇ ਦਾ ਜੋ ਸਿਧਾਂਤ ਹੈ ਉਹਦੇ ਵੱਲ ਝਾਤ ਮਾਰਾਂਗੇ ਤਾਂ ਸਮਝ ਪਵੇਗੀ ਕਿ ਉੱਥੇ ਬਬੀਹੇ ਦੀ ਅਵਸਥਾ ਸਿੱਖ ਨੇ ਧਾਰਨ ਕਰਨੀ ਹੈ। ਸਿੱਖ ਦੇ ਮਨ ਅੰਦਰ ਬੇਬਲਤਾ, ਪਿਆਸ ਪੈਦਾ ਹੋਵੇ ਪ੍ਰਭੂ ਦੇ ਨਾਮ ਪ੍ਰਤੀ। ਜਿਵੇਂ ਬਬੀਹੇ ਦੀ ਤ੍ਰਿਪਤੀ ਕੇਵਲ ਸਵਾਂਤੀ ਬੂੰਦ ਨਾਲ ਹੁੰਦੀ ਹੈ, ਇਸੇ ਪ੍ਰਕਾਰ ਸਿੱਖ ਦੇ ਜੀਵਨ ਅੰਦਰ ਸਭ ਤੋਂ ਸ੍ਰੇਸ਼ਟ ਜੇ ਕੁਝ ਹੈ ਤੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੋਣਾ ਚਾਹੀਦਾ। ਜਿਸ ਪ੍ਰਕਾਰ ਬਬੀਹਾ ਪੁਕਾਰ ਕਰਦਾ ਹੈ, ਸਿੱਖ ਨੇ ਯਤਨ ਕਰਨਾ ਹੈ ਕਿ ਉਹ ਸਤਿਗੁਰੂ ਕਿਰਪਾ ਕਰੇ, ਨਾਮ ਦੀ ਵਰਖਾ ਸਿੱਖ ਦੇ ਆਤਮਿਕ ਜੀਵਨ ਉੱਪਰ ਹੋ ਜਾਵੇ। ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੇ ਅੰਦਰ ਬੇਅੰਤ ਉਦਾਹਰਣਾਂ ਨੇ, ਜਿਨ੍ਹਾਂ ਉਦਾਹਰਣਾਂ ਦੇ ਰਾਹੀਂ ਸਾਡੇ ਜੀਵਨ ਨੂੰ ਸੁਚੱਜੇ ਬਣਾਉਣ ਦਾ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਵਲ ਤੇ ਢੰਗ ਦੱਸਿਆ ਹੈ। ਮਹਾਰਾਜ ਆਖਦੇ ਨੇ ਕਿ ਜਿਸ ਪ੍ਰਕਾਰ ਇੰਨਾ ਜ਼ਿਆਦਾ ਪਾਣੀ ਹੁੰਦਿਆਂ ਹੋਇਆਂ ਵੀ ਧਰਤੀ ਤੇ ਪਾਣੀ ਦੀ ਕੋਈ ਕਮੀ ਨਹੀਂ, ਪਰ ਬਬੀਹੇ ਦੀ ਪੁਕਾਰ ਸਵਾਂਤੀ ਬੂੰਦ ਲਈ ਹੈ, ਕਿਉਂਕਿ ਉਹਦਾ ਰੱਜ ਉੱਥੇ ਪਿਆ, ਉਹਦੀ ਤ੍ਰਿਪਤੀ ਉੱਥੇ ਹੈ। ਇਸੇ ਪ੍ਰਕਾਰ
ਸਿੱਖ ਦੇ ਮਨ ਦੀ ਇਹ ਭਾਵਨਾ ਚਾਹੀਦੀ ਹੈ ਕਿ ਪਦਾਰਥ ਤਾਂ ਸੰਸਾਰ 'ਤੇ ਬਹੁਤ ਨੇ, ਪਰ ਇਹਨਾਂ ਪਦਾਰਥਾਂ ਦੇ ਨਾਲ ਜੋ ਅਸਲ ਤ੍ਰਿਪਤੀ ਹੈ ਉਹ ਕਦੇ ਹੋ ਨਹੀਂ ਸਕਦੀ। ਅਸਲ ਤ੍ਰਿਪਤੀ ਦਾ ਟਿਕਾਣਾ ਇੱਕੋ ਇੱਕ ਹੈ ਕਿ ਇਸ ਹਿਰਦੇ ਦੇ ਅੰਦਰ ਪ੍ਰਭੂ ਨਾਮ ਦੀ ਵਰਖਾ ਪੈ ਜਾਵੇ, ਤਾਂ ਇਹ ਹਿਰਦਾ ਉਹਦੇ ਨਾਮ ਦੇ ਸਦਕਾ, ਸ਼ੁਭ ਗੁਣਾਂ ਦੇ ਸਦਕਾ ਸਰਸ਼ਾਰ ਹੋ ਸਕੇ। ਔਰ ਦੂਸਰਾ ਬਚਨ ਕਿ ਜਿਸ ਪ੍ਰਕਾਰ ਸਾਰੀ ਧਰਤੀ ਦੇ ਉੱਤੇ ਮੀਂਹ ਵਸਦਾ ਵਰਦਾ ਹੈ, ਪਰ ਆਪਾਂ ਜਾਣਦੇ ਹਾਂ ਕਿ ਜੇ ਉੱਚੀ ਜਗ੍ਹਾ 'ਤੇ ਬਾਰਿਸ਼ ਪਵੇ ਤੇ ਉਸ ਉੱਚੀ ਜਗ੍ਹਾ 'ਤੇ ਪਈ ਹੋਈ ਬਾਰਿਸ਼ ਦਾ ਕੋਈ ਲਾਭ ਨਹੀਂ। ਜਿੱਥੇ ਨਿਵਾਣ ਹੈ ਉਹ ਸਾਰਾ ਪਾਣੀ ਰਿੜ ਕੇ ਨੀਵੇਂ ਪਾਸੇ ਵੱਲ ਨੂੰ ਚਲਿਆ ਜਾਂਦਾ ਹੈ। ਇਸੇ ਪ੍ਰਕਾਰ ਪ੍ਰਭੂ ਦਾ ਨਾਮ ਗੁਰੂ ਦੀ ਬਖਸ਼ਿਸ਼ ਹੈ ਤਾਂ ਸਭਨਾਂ ਦੇ ਵਾਸਤੇ, ਸਤਿਗੁਰੂ ਦਾ ਉਪਦੇਸ਼ ਤਾਂ ਸਾਰਿਆਂ ਲਈ ਸਾਂਝਾ ਹੈ। ਆਪਾਂ ਇਹ ਬਚਨ ਪੜ੍ਹਦੇ ਹਾਂ ਨਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਸਭਨਾਂ ਦੇ ਲਈ ਇੱਕ ਬਰਾਬਰਤਾ ਦੇ ਨਾਲ ਰੱਬੀ ਪਿਆਰ ਭਰੇ ਬੋਲ ਉਪਦੇਸ਼ ਦੇ ਰਾਹੀਂ ਸਾਨੂੰ ਪ੍ਰਾਪਤ ਹੁੰਦੇ ਨੇ। ਤੇ ਇਹਨਾਂ ਬਚਨਾਂ ਦੀ ਸਾਰ ਕਿਹਨਾਂ ਨੂੰ ਹੈ? ਜਿਨ੍ਹਾਂ ਦੇ ਮਨ ਦੇ ਅੰਦਰ ਕੋਈ ਬੇਬਲਤਾ, ਕੋਈ ਪਿਆਸ, ਕੋਈ ਤੜਫ ਹੋਵੇ ਕਿ ਇਹਨਾਂ ਪਵਿੱਤਰ ਬਚਨਾਂ ਦੇ ਵਿੱਚੋਂ ਸਾਡੇ ਜੀਵਨ ਦੇ ਸਿੱਖਣ ਵਾਸਤੇ, ਸਾਡੀ ਜ਼ਿੰਦਗੀ ਨੂੰ ਸਵਾਰਨ ਵਾਸਤੇ ਕੋਈ ਦਾਤ ਪ੍ਰਾਪਤ ਹੋ ਰਹੀ ਹੈ। ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਬਚਨ ਹੈ। ਸਾਹਿਬ ਆਖਦੇ ਨੇ, ਸੇਵਕ ਸਿੱਖ ਪੂਜਣ ਸਭ ਆਵੇਂ, ਸਭ ਗਾਵੇਂ ਹਰ ਹਰ ਊਤਮ ਬਾਣੀ। ਅਸੀਂ ਸਤਿਗੁਰੂ ਦੇ ਦਰਬਾਰ ਆਉਂਦੇ ਹਾਂ, ਯਥਾ ਸ਼ਕਤ ਭੇਟਾ ਹਾਜ਼ਰ ਕਰਦੇ ਹਾਂ ਤੇ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕਰਦੇ ਹਾਂ। ਜਿੰਨਾ ਸਾਡੇ ਕੋਲ ਸਮਾਂ ਹੈ ਕਥਾ ਕੀਰਤਨ ਸੁਣਦੇ ਹਾਂ, ਸਾਹਿਬ ਕਹਿੰਦੇ ਬਾਣੀ ਵੀ ਪੜ੍ਹਦੇ ਹਾਂ, ਪਰ ਅਗਲਾ ਇੱਕ ਬਚਨ ਸਤਿਗੁਰੂ ਨੇ ਸਮਝਾਇਆ, ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਵੈ, ਜੇ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਸੁਣਿਆ ਤੇ ਗਾਉਣਾ, ਬਾਣੀ ਪੜ੍ਹਨੀ, ਬਾਣੀ ਨੂੰ ਸੁਣਨਾ ਬੜਾ ਮੁਬਾਰਕ ਕਰਮ ਹੈ। ਪਰ ਪ੍ਰਵਾਨ ਕਿਹਨਾਂ ਦਾ ਹੈ? ਜਿਨ੍ਹਾਂ ਨੇ ਬਾਣੀ ਨੂੰ ਸੁਣ ਕਰਕੇ, ਬਾਣੀ ਨੂੰ ਪੜ੍ਹ ਕੇ, ਬਾਣੀ ਨੂੰ ਗਾ ਕੇ ਉਸ ਬਾਣੀ ਦਾ ਭਾਵ ਆਪਣੇ ਹਿਰਦੇ ਵਿੱਚ ਵਸਾ ਲਿਆ। ਜਿਵੇਂ ਮੇਘ ਸਭਨੀ ਥਾਈਂ ਵਰਦਾ ਹੈ, ਪਰ ਲਾਭ ਉਹਨਾਂ ਨੂੰ ਹੈ ਜਿਨ੍ਹਾਂ ਨੇ ਮੇਘ ਨੂੰ ਆਪਣੇ ਵਿੱਚ ਸਮਾਉਣ ਦੀ ਜਿਹੜੀ ਸੀ ਨਾ ਉਹ ਸਮਰੱਥਾ ਰੱਖੀ। ਇਹ ਮਨ ਰੂਪੀ ਭਾਂਡਾ, ਜੇ ਇਹਨੂੰ ਮੂਧਾ ਮਾਰ ਕੇ ਗੁਰੂ ਘਰ ਵਿੱਚ ਲੈ ਕੇ ਆਉਣਾ ਹੈ ਤੇ ਇੱਥੇ ਫਿਰ ਕੋਈ ਵਸਤ ਜਿਹੜੀ ਹੈ ਨਾ ਬੰਦਗੀ ਦੀ, ਨਾ ਸੇਵਾ ਦੀ, ਸਿਮਰਨ ਦੀ ਕੁਝ ਅਸਰ ਨਹੀਂ ਹੋਵੇਗਾ। ਪਰ ਜਦੋਂ ਹਿਰਦੇ ਰੂਪੀ ਇਸ ਭਾਂਡੇ ਦਾ ਮੂੰਹ ਖੁੱਲ੍ਹਾ ਤੇ ਸਿੱਧਾ ਲੈ ਕੇ ਆਵਾਂਗੇ ਤੇ ਪ੍ਰਭੂ ਨਾਮ ਰੂਪੀ ਦਾਤ ਜ਼ਰੂਰ ਇਸ ਭਾਂਡੇ ਦੇ ਅੰਦਰ ਸਮਾ ਜਾਵੇਗੀ। ਸਾਹਿਬ ਨੇ ਬਚਨ ਕੀਤੇ, ਸਤਿਗੁਰੂ ਕਹਿੰਦੇ ਨੇ, ਦੀਨ ਦਇਆਲ ਸਦਾ ਕਿਰਪਾਲਾ, ਠਾਂਡ ਪਾਈ ਕਰਤਾਰੇ ਜੀਓ। ਜਿਵੇਂ ਬਾਹਰੀ ਤੌਰ 'ਤੇ ਮੀਂਹ ਦੇ ਪੈਣ ਨਾਲ ਐਨ ਤਪਸ਼ ਦੇ ਵਿੱਚੋਂ ਜਿਹੜੀ ਹੈ ਨਾ ਉਹ ਰਾਹਤ ਪ੍ਰਾਪਤ ਹੋ ਜਾਂਦੀ ਹੈ। ਸਾਹਿਬ ਕਹਿੰਦੇ ਇਸੇ ਪ੍ਰਕਾਰ ਇਸ ਹਿਰਦੇ ਦੇ ਉੱਤੇ ਜਦੋਂ ਨਾਮ ਦੇ ਛਿੱਟੇ ਪੈਂਦੇ ਨੇ ਤੇ ਹਿਰਦੇ ਦੀ ਤਪਸ਼ ਜਿਹੜੀ ਹੈ ਉਹ ਖਤਮ ਹੋ ਜਾਂਦੀ ਹੈ। ਹੁਣ ਹਿਰਦੇ ਦੇ ਵਿੱਚ ਤਪਸ਼ ਕਿਸ ਚੀਜ਼ ਦੀ ਹੈ? ਹਿਰਦੇ ਦੇ ਅੰਦਰ ਈਰਖਾ, ਦਵੈਸ਼, ਨਿੰਦਿਆ ਤੇ ਚੁਗਲੀ ਇਤਿਆਦਿਕ ਨੂੰ ਕਰ ਕਰਕੇ ਵਿਕਾਰਾਂ ਦਾ ਇੱਕ ਬਹੁਤ ਵੱਡਾ ਭੰਡਾਰ ਇਕੱਠਾ ਕਰ ਬੈਠਦੇ ਹਾਂ। ਔਰ ਉਸ ਇਕੱਠ ਦੇ ਸਦਕਾ ਹੀ ਪ੍ਰਭੂ ਦੇ ਨਾਮ ਤੋਂ ਬਣੀ ਹੋਈ ਦੂਰੀ ਦੇ ਕਰਕੇ ਹੀ ਸਾਡਾ ਮਨ ਜਿਹੜਾ ਹੈ ਨਾ ਉਹ ਜਲਦਾ ਤੇ ਬਲਦਾ ਹੈ। ਜਦੋਂ ਹਿਰਦੇ ਦਾ ਨਾਮ, ਹਿਰਦੇ ਦੇ ਅੰਦਰ ਪ੍ਰਭੂ ਦਾ ਨਾਮ ਹੀ ਨਹੀਂ ਹੈ ਤੇ ਇੱਥੇ ਫਿਰ ਦੁਨਿਆਵੀ ਔਗਣਾਂ ਨੇ ਡੇਰਾ ਲਾ ਲਿਆ ਹੈ ਤੇ ਦੁਨਿਆਵੀ ਔਗਣਾਂ ਨੇ ਇਨਸਾਨ ਨੂੰ ਕਦੀ ਚੈਨ ਤੇ ਸੁੱਖ ਪ੍ਰਾਪਤ ਨਹੀਂ ਕਰਨ ਦੇਣਾ। ਮਨ ਕਰਕੇ ਇਨਸਾਨ ਜਿਸ ਵੇਲੇ ਦੁਖੀ ਹੋ ਜਾਵੇ ਤੇ ਆਪਾਂ ਵੇਖਦੇ ਹਾਂ ਵੀ ਹਾਲਤ ਕੀ ਹੈ, ਉਹਦੀ ਤੜਫਣਾ ਕਿੱਦਾਂ ਦੀ ਹੈ। ਉਹ ਕਿਤੇ ਟਿਕ ਨਹੀਂ ਸਕਦਾ, ਉਹਨੂੰ ਸਹਿਜ ਨਹੀਂ ਆਉਂਦਾ, ਕਿਉਂਕਿ ਮਨ ਕਰਕੇ ਅੰਦਰ ਇੱਕ ਦੁੱਖ ਹੈ, ਮਨ ਨੂੰ ਰੋਗ ਲੱਗਾ ਹੋਇਆ ਹੈ। ਵਿਕਾਰਾਂ ਦੀ ਬਿਰਤੀ ਹੀ ਇੱਦਾਂ ਦੀ ਹੈ, ਜਦੋਂ ਮਨ 'ਤੇ ਪ੍ਰਭਾਵ ਪਾਵੇ
ਤੇ ਤਨ ਨੂੰ ਆਪਣੇ ਆਪ ਹੀ ਜਿਹੜਾ ਹੈ ਉਹ ਰੋਗੀ ਕਰ ਦਿੰਦੀ ਹੈ। ਪਰ ਸਾਹਿਬ ਆਖਿਆ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਮਿਹਰਾਮਤ ਹੈ ਉਹਦੀ ਸਾਹਿਬ ਦੀ, ਉਹਦੀ ਮਿਹਰ ਦੇ ਸਦਕਾ ਇਸ ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਜਦੋਂ ਮਨ ਵਿਕਾਰਾਂ ਦੀ ਅੱਗ ਵਿੱਚ ਜਲਦਾ ਤੇ ਬਲਦਾ ਪਿਆ ਹੈ, ਉੱਥੇ ਨਾਮ ਦੇ ਛਿੱਟੇ ਵੱਜਣ ਤਾਂ ਜਿਹੜੀ ਹੈ ਨਾ ਉਹ ਸਮਸਤ ਠੰਡ ਸੀਤਲਤਾ ਵਰਤੇਗੀ। ਆਪਾਂ ਬਾਣੀ ਵਿੱਚ ਬਚਨ ਪੜ੍ਹਦੇ ਹਾਂ, ਸਾਹਿਬ ਆਖਦੇ ਨੇ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਦੇ ਪਿਆਰ ਵਾਲੇ ਬੋਲ, ਇਹ ਰੱਬੀ ਬਾਣੀ, ਸਤਿਗੁਰੂ ਸਾਹਿਬ ਜੀ ਦੇ ਮਹਾਰਾਜ ਜੀ ਦੇ ਇਹ ਮੁਕੱਦਸ ਬਚਨ, ਇਹਨਾਂ ਬਚਨਾਂ ਦੇ ਅੰਦਰ ਤਾਕਤ ਹੈ। ਜਦੋਂ ਇਹ ਬਚਨ ਅਸੀਂ ਹਿਰਦੇ ਵਿੱਚ ਵਸਾ ਲੈਂਦੇ ਹਾਂ ਤੇ ਇਹਨਾਂ ਬਚਨਾਂ ਦੀ ਤਾਕਤ, ਇਹਨਾਂ ਬਚਨਾਂ ਦੀ ਜੋ ਸਤਾ ਅਸਲ ਹੈ, ਉਹਦੇ ਸਦਕਾ ਸਾਡਾ ਜਲਦਾ ਹੋਇਆ ਮਨ ਜਿਹੜਾ ਹੈ ਉਹਦੇ ਅੰਦਰ ਸੀਤਲਤਾ ਵਰਤ ਜਾਂਦੀ ਹੈ, ਉਹਦੇ ਅੰਦਰ ਠੰਡਕ ਪੈਦਾ ਹੋ ਜਾਂਦੀ ਹੈ। ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਬਾਣੀ ਦੇ ਨਾਲ ਜੁੜਨ ਦਾ ਸੁਨੇਹਾ ਸਤਿਗੁਰੂ ਜੀ ਨੇ ਅੱਜ ਦੇ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਸਾਨੂੰ ਦਿੱਤਾ ਹੈ। ਵੇਖੋ, ਇੱਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਹੈ ਕਿ ਉਹਨੇ ਕਿਰਪਾ ਕੀਤੀ, ਜੀਵ ਨੂੰ ਮਨੁੱਖਾ ਦੇਹ ਬਖਸ਼ ਦਿੱਤੀ। ਰੋਜ਼ ਬਚਨ ਪੜ੍ਹਦੇ ਹਾਂ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਪਰਮੇਸ਼ਰ ਦੀ ਕਿਰਪਾ ਦੇ ਦੁਆਰਾ ਇਹ ਦੇਹ ਪ੍ਰਾਪਤ ਹੋਈ ਹੈ। ਦੂਸਰਾ, ਉਸ ਤਰਸ ਕੀਤਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਕਿ ਸਾਡੀ ਜ਼ਿੰਦਗੀ ਵਿੱਚ ਗੁਰੂ ਨੂੰ ਭੇਜ ਦਿੱਤਾ। ਔਰ ਜ਼ਿੰਦਗੀ ਦੇ ਅੰਦਰ ਜੇ ਪਰਮੇਸ਼ਰ ਦੇ ਮਿਲਾਪ ਦੀ ਕੋਈ ਮਨ ਦੇ ਅੰਦਰ ਚਾਹਨਾ ਹੈ ਤੇ ਉਹ ਮਿਲਾਪ ਗੁਰੂ ਤੋਂ ਬਿਨਾਂ ਕਦੇ ਹੋ ਨਹੀਂ ਸਕਦਾ। ਜ਼ਿੰਦਗੀ ਅੰਦਰ ਗੁਰੂ ਦੀ ਅਤਿਅੰਤ ਜ਼ਰੂਰਤ ਹੈ। ਗੁਰੂ ਤੋਂ ਬਿਨਾਂ ਰੱਬੀ ਰਾਹ ਨੂੰ ਕੋਈ ਅਸਲ ਦੇ ਵਿੱਚ ਦਰਸਾ ਨਹੀਂ ਸਕਦਾ। ਵੀ ਜਿਹੜਾ ਅਸਲ ਮਾਰਗ ਹੈ, ਸੱਚ ਦਾ ਮਾਰਗ ਹੈ ਨਾ, ਉਹ ਸੱਚੇ ਸਤਿਗੁਰੂ ਹੀ ਸਾਨੂੰ ਦਿਖਾਉਂਦੇ ਨੇ। ਦੁਨਿਆਵੀ ਤੌਰ ਦੇ ਉੱਤੇ ਕਿਸੇ ਦੇ ਕੋਲੋਂ ਰੱਬ ਦੇ ਘਰ ਦਾ ਜਾਣ ਵੱਲ ਦਾ ਪੁੱਛਿਆ ਹੋਇਆ ਰਾਹ ਤੁਹਾਨੂੰ ਭਟਕਾ ਸਕਦਾ ਹੈ, ਕਿਉਂਕਿ ਜਿਹੜਾ ਆਪ ਨਹੀਂ ਪਹੁੰਚਿਆ, ਜਿਹਨੂੰ ਆਪ ਮੰਜ਼ਿਲ ਦਾ ਗਿਆਨ ਨਹੀਂ, ਉਹ ਕਿਸੇ ਦੂਜੇ ਨੂੰ ਮੰਜ਼ਿਲ ਬਾਰੇ ਦੱਸ ਨਹੀਂ ਸਕਦਾ। ਤੇ ਰੱਬੀ ਪਿਆਰ ਦੇ ਵਿੱਚ ਭਿੱਜ ਕੇ ਜੇ ਕੋਈ ਇਸ ਰਸਤੇ ਤੇ ਤੁਰਨਾ ਚਾਹੇ ਤੇ ਉਹਦੀ ਸਭ ਤੋਂ ਪਹਿਲੀ ਜ਼ਰੂਰਤ ਸਤਿਗੁਰੂ ਨੇ। ਔਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਬਾਣੀ ਨੇ ਇਹ ਬਚਨ ਆਖੇ। ਸਤਿਗੁਰੂ ਆਖਦੇ ਨੇ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਗੁਰੂ ਤੋਂ ਬਿਨਾਂ ਉਹ ਗਿਆਨ ਪ੍ਰਾਪਤ ਨਹੀਂ ਹੋ ਸਕਦਾ ਜਿਸ ਗਿਆਨ ਨੂੰ ਹਾਸਲ ਕਰਕੇ ਰੱਬ ਦੇ ਘਰ ਵੱਲ ਨੂੰ ਜਾਂਦੇ ਹੋਏ ਰਸਤੇ ਤੇ ਤੁਰ ਪਈਏ। ਇਹ ਗੁਰੂ ਦੀ ਹੀ ਬਖਸ਼ਿਸ਼ ਹੈ ਕਿ ਸਾਨੂੰ ਅਸਲ ਘਰ ਦਾ ਜੋ ਪਤਾ ਹੈ ਉਹ ਸਤਿਗੁਰੂ ਦੱਸਦੇ ਨੇ। ਸਾਹਿਬ ਆਖਦੇ ਨੇ, ਇੱਕ ਕਿਰਪਾ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਤੇ ਇਹ ਵੀ ਕੀਤੀ ਹੈ ਕਿ ਸਾਨੂੰ ਸਤਿਗੁਰੂ ਮਿਲਾ ਦਿੱਤਾ ਹੈ। ਤੇ ਗੁਰੂ ਦੇ ਮਿਲਾਪ ਸਦਕਾ ਸਿੱਖ ਨੇ ਇੱਕ ਉਦਮ ਕਰਨਾ ਹੈ, ਇੱਕ ਆਹਰ ਕਰਨਾ ਹੈ ਕਿ ਸਿੱਖ ਜੀਵਨ ਦੇ ਅੰਦਰ ਬਦਲਾਅ ਨੂੰ ਲਿਆਉਣ ਵਾਸਤੇ ਗੁਰੂ ਕੇ ਬਚਨਾਂ ਦੇ ਉੱਤੇ ਸਤ ਕਰਕੇ ਪਹਿਰਾ ਦੇਣਾ ਸ਼ੁਰੂ ਕਰ ਦੇਵੇ। ਗੁਰੂ ਕੇ ਬਚਨਾਂ ਤੇ, ਗੁਰੂ ਕੀ ਸਿੱਖਿਆ ਦੇ ਉੱਤੇ ਆਪਣੇ ਜੀਵਨ ਦੇ ਅੰਦਰ ਵਿਚਰਦਿਆਂ ਹੋਇਆਂ ਦਿੱਤਾ ਹੋਇਆ ਪਹਿਰਾ, ਸਾਹਿਬ ਦੀ ਪੜ੍ਹੀ ਹੋਈ ਬਾਣੀ, ਸਤਿਗੁਰੂ ਦੇ ਕਹੇ ਹੋਏ ਬੋਲਾਂ ਨੂੰ ਸਤ ਕਰਕੇ ਜਦੋਂ ਅਸੀਂ ਮੰਨਦੇ ਹਾਂ ਤਾਂ ਸਾਨੂੰ ਪਰਮੇਸ਼ਰ ਦੀ ਹਜ਼ੂਰੀ ਪ੍ਰਾਪਤ ਹੋ ਜਾਂਦੀ ਹੈ। ਸਾਹਿਬ ਨੇ ਅੱਗੇ ਬਖਸ਼ਿਸ਼ ਕੀਤੀ, ਸਤਿਗੁਰੂ ਆਖਦੇ ਨੇ, ਆਪਣੇ ਜੀ ਜੰਤ ਪ੍ਰਤ ਪਾਰੇ, ਜਿਉ ਬਾਰਿਕ ਮਾਤਾ ਸੰਭਾਰੇ। ਉਹ ਹਰੀ ਅਕਾਲ ਪੁਰਖ ਵਾਹਿਗੁਰੂ ਜਿਨੇ ਇਹ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਤੇ ਇਸ ਸ੍ਰਿਸ਼ਟੀ ਨੂੰ ਪੈਦਾ ਕਰਕੇ ਇਹਦੀ ਪ੍ਰਤਪਾਲਣਾ ਵੀ ਕਰ ਰਿਹਾ। ਤੇ ਪ੍ਰਤਪਾਲਣਾ ਕਿਵੇਂ ਕਰਦਾ? ਸਾਹਿਬ ਨੇ ਉਦਾਹਰਣ ਕਿਹਦੀ ਦਿੱਤੀ? ਇੱਕ ਮਾਂ ਦੀ। ਸਾਹਿਬ ਆਖਣ ਲੱਗੇ, ਜਿਉਂ ਬਾਰਿਕ ਮਾਤਾ ਸੰਭਾਰੇ, ਜਿਵੇਂ ਇੱਕ ਮਾਂ ਆਪਣੇ ਬੱਚੇ ਨੂੰ ਸੰਭਾਲਦੀ ਹੈ, ਉਸ ਤਰੀਕੇ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀਵਾਂ ਦੀ ਸੰਭਾਲ ਪਿਆ ਕਰਦਾ। ਹੁਣ ਮਾਂ ਦਾ ਬੱਚੇ ਨੂੰ ਸੰਭਾਲਣਾ ਕਿਸੇ
ਤਨਖਾਹ ਵਾਸਤੇ ਨਹੀਂ ਹੈ, ਕਿਸੇ ਹੋਰ ਦੁਨਿਆਵੀ ਲੋਕ ਲੱਜ ਵਾਸਤੇ ਨਹੀਂ ਹੈ। ਮਾਂ ਦਾ ਆਪਣੇ ਬੱਚੇ ਨਾਲ ਦਿਲੀ ਸਨੇਹ ਹੈ ਔਰ ਉਹ ਚਾਹ ਦੇ ਨਾਲ ਬੱਚੇ ਨੂੰ ਸੰਭਾਲਦੀ ਹੈ। ਆਪਾਂ ਵੇਖਦੇ ਹਾਂ ਬੱਚਾ ਛੋਟਾ ਹੈ ਨਾ, ਤੇ ਚਾਹੇ ਉਹ ਮਾਂ ਦੇ ਕਹਿਣੇ ਵਿੱਚ ਆਖੇ ਵਿੱਚ ਹੋਵੇ ਚਾਹੇ ਨਾ, ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਵਿਹਾਰ ਮਾਂ ਨਾਲ ਕਰੇ, ਪਰ ਮਾਂ ਆਪਣੇ ਵਿਹਾਰ ਵਿੱਚ ਤਬਦੀਲੀ ਨਹੀਂ ਲੈ ਕੇ ਆਉਂਦੀ, ਕਿਉਂਕਿ ਮਾਂ ਦੇ ਅੰਦਰ ਚਾਅ ਹੈ ਆਪਣੇ ਬੱਚੇ ਦੀ ਪਰਵਰਿਸ਼ ਦਾ। ਸਾਹਿਬ ਆਖਦੇ ਇਸੇ ਤਰ੍ਹਾਂ ਪ੍ਰਭੂ ਉਹ ਅਕਾਲ ਪੁਰਖ ਵਾਹਿਗੁਰੂ ਸਾਡੇ ਜੀਵਾਂ ਦੀ ਪ੍ਰਤਪਾਲਣਾ ਕਰਦਾ ਹੈ। ਅਸੀਂ ਨਿਤ ਇਹ ਬਚਨ ਪੜ੍ਹਦੇ ਸੁਣਦੇ ਹਾਂ। ਸਾਹਿਬ ਆਖਦੇ ਨੇ ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ। ਸਾਹਿਬ ਨੇ ਕਿੱਡੇ ਪਰਉਪਕਾਰ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਡੇ ਤੇ ਕੀਤੇ। ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸਾਨੂੰ ਇਹ ਚੇਤਾ ਕਰਵਾਇਆ, ਯਾਦ ਕਰਵਾਇਆ ਕਿ ਭਲਿਆ ਉਸ ਕਰਤਾ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾ, ਉਹਨਾਂ ਨੂੰ ਯਾਦ ਕਰ। ਤੇਰੇ ਤੇ ਤਰਸ ਕੀਤਾ ਤਾਂ ਤੇਰੀ ਹੋਂਦ ਜਿਹੜੀ ਸੀ ਉਹ ਮਾਂ ਦੀ ਕੁੱਖ ਅੰਦਰ ਤੇਰੀ ਹੋਂਦ ਦਾ ਪੈਦਾ ਹੋਣਾ, ਤੇਰੇ ਸਰੀਰ ਦਾ ਬਣਨਾ, ਇਹ ਇੱਕ ਕੇਵਲ ਸੰਸਾਰੀ ਕਿਰਿਆ ਨਹੀਂ, ਇਹ ਪ੍ਰਭੂ ਦੀ ਮਿਹਰ ਤੋਂ ਬਿਨਾਂ, ਉਹਦੀ ਨਜ਼ਰੇ ਇਨਾਇਤ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ। ਤੇਰੀ ਹੋਂਦ, ਤੇਰਾ ਕਲਬੂਤ, ਤੇਰੀ ਦੇਹ ਮਾਂ ਦੀ ਕੁੱਖ ਅੰਦਰ ਜਿਹੜੀ ਹੈ ਉਹ ਪੈਦਾ ਹੋਈ, ਤੇ ਉਸ ਮਾਂ ਦੀ ਕੁੱਖ ਅੰਦਰ ਪੈਦਾ ਹੋਈ ਦੇਹ ਨੂੰ ਸੰਭਾਲਣ ਵਾਲਾ ਵੀ ਅਕਾਲ ਪੁਰਖ ਵਾਹਿਗੁਰੂ ਆਪ ਹੈ। ਅਸੀਂ ਪ੍ਰਤਪਾਲਣਾ ਦੀ ਗੱਲ ਕਰ ਰਹੇ ਹਾਂ ਨਾ। ਸਾਹਿਬ ਆਖਿਆ ਵੀ ਉਹ ਪ੍ਰਤਪਾਲਦਾ ਹੈ, ਸੰਭਾਲਦਾ ਹੈ, ਤੇ ਇਕੱਲਾ ਸੰਸਾਰ ਤੇ ਜਨਮ ਤੋਂ ਬਾਅਦ ਦੀ ਗੱਲ ਹੀ ਨਹੀਂ, ਜਦੋਂ ਜਨਮ ਤੋਂ ਪਹਿਲਾਂ ਦੀ ਅਵਸਥਾ ਮਾਂ ਦੀ ਕੁੱਖ ਵਿੱਚ ਹੈ ਬੱਚਾ। ਸਾਹਿਬ ਆਖਦੇ ਨੇ ਗਰਭ ਅਗਨ ਮਹਿ ਜਿਨੈ ਉਬਾਰਿਆ, ਉਹਨੇ ਮਾਂ ਦੀ ਕੁੱਖ ਅੰਦਰ ਵੀ ਰਾਖੀ ਕੀਤੀ ਹੈ। ਕੋਈ ਸਾਇੰਸ ਵਿਗਿਆਨ, ਕੋਈ ਡਾਕਟਰ ਇਸ ਗੱਲ ਦਾ ਦਾਅਵਾ ਨਹੀਂ ਕਰ ਸਕਦਾ ਕਿ ਮਾਂ ਦੀ ਕੁੱਖ ਅੰਦਰ ਪਲ ਰਹੇ ਬੱਚੇ ਨੂੰ ਅਸੀਂ ਬਚਾ ਸਕਦੇ, ਸਾਡੀ ਕੋਈ ਮੈਡੀਸਨ, ਕੋਈ ਦਵਾਈ ਬਚਾਏਗੀ, ਨਹੀਂ। ਸਾਹਿਬ ਆਖਿਆ ਤਿੱਥੈ ਤੂੰ ਸਮਰੱਥ, ਜਿੱਥੈ ਕੋਇ ਨਾਹੀਂ, ਉੱਥੈ ਤੇਰੀ ਰੱਖ ਅਗਨੀ ਉਦਰ ਮਾਹੀ। ਜਿੱਥੇ ਕਿਸੇ ਦਾ ਜ਼ੋਰ ਨਹੀਂ, ਜਿੱਥੇ ਕਿਸੇ ਦੀ ਤਾਕਤ ਨਹੀਂ ਹੈ ਵੀ ਉਹ ਸਾਥੀ ਬਣ ਕੇ ਕੋਈ ਰਖਵਾਲੀ ਕਰ ਸਕੇ, ਸਾਹਿਬ ਆਖਦੇ ਨੇ ਉੱਥੇ ਪ੍ਰਭੂ ਦਾ ਹੁਕਮ ਵਰਤਦਾ ਹੈ, ਉੱਥੇ ਉਹਦੀ ਨਜ਼ਰੇ ਇਨਾਇਤ ਵਰਤਦੀ ਹੈ, ਉੱਥੇ ਉਹ ਆਪਣੇ ਬਿਰਦ ਦੇ ਅਨੁਸਾਰ ਮਾਂ ਦੀ ਕੁੱਖ ਅੰਦਰ ਵੀ ਬੱਚੇ ਦੀ ਪ੍ਰਤਪਾਲਣਾ ਕਰਦਾ ਹੈ। ਔਰ ਜੇ ਕੁੱਖ ਅੰਦਰ ਸੰਭਾਲਿਆ ਤੇ ਅੱਗੇ ਚੱਲ ਕੇ ਉਸ ਕਰਤਾ ਪੁਰਖ ਵਾਹਿਗੁਰੂ ਜੀ ਨੇ ਇੰਨਾ ਤਰਸ ਕੀਤਾ। ਸਾਹਿਬ ਕਹਿੰਦੇ ਨੇ ਕਿ ਬਾਰ ਵਿਵਸਥਾ ਤੁਝੈ ਪਿਆਰੇ ਦੂਧ, ਪਰ ਜੋਬਨ ਭੋਜਨ ਸੁਖ ਸੂਦ। ਜਦੋਂ ਬੱਚੇ ਦਾ ਜਨਮ ਹੁੰਦਾ ਹੈ, ਉਸ ਬੱਚੇ ਨੂੰ ਕੋਲੋਂ ਬਾਹਰੀ ਖੁਰਾਕ ਨਾ ਖਾਧੀ ਜਾਣੀ ਹੈ ਤੇ ਨਾ ਹੀ ਉਹ ਬਾਹਰੀ ਖੁਰਾਕ ਨੂੰ ਪਚਾ ਸਕਦਾ। ਨਿਰੰਕਾਰ ਨੇ ਉਹਦੇ ਰਿਜ਼ਕ ਦਾ ਪ੍ਰਬੰਧ ਕੀਤਾ ਤੇ ਮਾਂ ਨੂੰ ਦੁੱਧ ਦੀ ਅਮੋਲਕ ਦਾਤ ਦੇ ਦਿੱਤੀ, ਮਾਂ ਨੂੰ ਰਿਜ਼ਕ ਦਿੱਤਾ। ਉਹ ਦੇਵਣ ਵਾਲਾ ਵੀ ਅਕਾਲ ਪੁਰਖ ਵਾਹਿਗੁਰੂ, ਇਹ ਉਹਦੀ ਪ੍ਰਤਪਾਲਣਾ ਹੈ, ਇਹ ਉਹਦਾ ਸੰਭਾਲਣ ਦਾ ਤਰੀਕਾ ਹੈ ਕਿ ਉਹ ਹਰ ਪੱਖ ਤੋਂ ਸਾਡੀ ਸੰਭਾਲ ਕਰ ਰਿਹਾ ਹੈ। ਸਾਹਿਬ ਆਖਿਆ ਬਚਪਨ ਚਲਾ ਗਿਆ, ਜਵਾਨੀ ਆਈ, ਭਾਵੇਂ ਕਿ ਇਨਸਾਨ ਜਵਾਨੀ ਦੇ ਨਸ਼ੇ ਅੰਦਰ ਜਾਂ ਆਪਣੇ ਜੀਵਨ ਦੇ ਅੰਦਰ ਪ੍ਰਭੂ ਤੋਂ ਟੁੱਟ ਕੇ ਅਵੇਸਲਾ ਹੋ ਕੇ ਜਿਵੇਂ ਮਰਜ਼ੀ ਜ਼ਿੰਦਗੀ ਨੂੰ ਗੁਜ਼ਾਰਦਾ ਹੈ, ਪਰ ਇਹ ਖਿਆਲ ਕਰੀਏ ਭਰ ਜੋਬਨ ਭੋਜਨ ਸੁਖ ਸੂਦ, ਜਿਹੜੀ ਇਹ ਦਾਤ ਹੈ ਨਾ, ਇਹ ਵੀ ਉਸ ਕਰਤਾ ਪੁਰਖ ਵਾਹਿਗੁਰੂ ਜੀ ਦੀ ਦਿੱਤੀ ਹੋਈ ਹੈ। ਅਸੀਂ ਲੱਖਾਂ ਤਰ੍ਹਾਂ ਦੇ, ਅਸੀਂ ਕਈ ਤਰ੍ਹਾਂ ਦੇ ਜ਼ਿੰਦਗੀ ਅੰਦਰ ਕਰਮ ਕੀਤੇ, ਸਾਡੇ ਕਰਮਾਂ ਦਾ ਹਿਸਾਬ ਕਿਤਾਬ ਹੀ ਕੋਈ ਨਹੀਂ। ਸਾਡੇ ਜੀਵਨ ਦੇ ਅੰਦਰ ਸਾਡੇ ਕਰਮ ਜਿਹੜੇ ਨੇ, ਉਹਨਾਂ ਕਰਮਾਂ ਨੂੰ ਵੇਖਦਿਆਂ ਹੋਇਆਂ ਵੀ ਪ੍ਰਭੂ ਸਾਡੇ ਔਗਣ ਨਹੀਂ ਚਿਤਾਰਦਾ ਤੇ ਸਾਨੂੰ ਰਿਜ਼ਕ ਦੇਈ ਜਾ ਰਿਹਾ ਹੈ। ਰਿਜ਼ਕਾਂ ਤੋਂ ਵੱਡੇ ਸਵਾਸ ਨੇ ਜਿੰਨੇ ਸਾਡੇ ਪੱਲੇ ਵਿੱਚ ਲਿਖੇ, ਉਹ ਵੀ ਉਹਨੇ ਦਾਤੇ ਨੇ ਸਾਨੂੰ ਬਖਸ਼ ਕੇ ਰੱਖੇ ਨੇ। ਉਹਨੂੰ ਚੇਤਾ ਨਹੀਂ ਭੁੱਲਦਾ, ਉਹਦੀ ਸੰਭਾਲਣਾ ਕੈਸੀ ਹੈ, ਨਿਰੰਤਰ ਸਵਾਸ ਚੱਲਦੇ ਪਏ ਨੇ। ਜੇ ਕੋਈ ਇਹ ਗੱਲ ਆਖੇ ਵੀ ਮੈਂ ਯਾਦ ਕਰਕੇ ਸਵਾਸ ਲੈਣੇ ਨੇ, ਕੋਈ ਲੈ ਸਕਦਾ ਨਹੀਂ। ਇਹ ਪ੍ਰਭੂ ਦੀ ਨਿਰੰਤਰ ਇੱਕ ਖੇਡ ਹੈ ਕਿ ਸਾਡੇ ਸਵਾਸ ਚੱਲਦੇ ਪਏ ਨੇ।
महाराज ने आख्या इत्थे ही बस नहीं, उन्हें शुरुआत की सी मां की कुख तो, उत्थे भी संभालिया, उन्हें बचपन विच भी संभाल दी दात बख्श के रखी, उन्हें जवानी विच भी कई वस्तां तेरे जई जोगियां जड़ियां सन तेरे लई तेरे आले दुआले बख्श दित्तियां। ते एक वेला आउंदा जिन्हों असीं बुढ़ापा कहने, जिन्हों असीं कह दिंने आ भी हुण शरीर विच ओह ताकत ओह बल नहीं। साहिब आखदे ने बिरद पया ऊपर साक सैन, मुख अपियाओ बैठ को दैन। हुण जदों ये गल मन्नी शरीर ने भी जवानी वर्गा बल नहीं रहा, शरीर दे अंदर कोई ताकत नहीं, इत्थों तक महाराज आख्या भी तूं हुण कमा के भी नहीं खा सकदा, अपने हत्थां नाल भी छक नहीं सकदा, ते तेरे धीआं पुत्रां दे अंदर तेरे स्नेहियां दे अंदर इन्नी लियाकत अकल बख्शण वाला भी प्रभु है कि वह तैनूं बैठे नूं भी प्रसादा पानी देई जा रहे ने, तैनूं बैठे नूं भी दे रहे ने। मत समझी कि वो केवल तेरे करके नहीं भाई, वो तो प्रभु का अपना एक सुभाव है, अपने बिरद दे सदका ही वो जीवां दी प्रतिपालना करदा पिया। महाराज साहिब जी ने आख्या ये चाऊ दे नाल सारा कुछ वो कर रहा है, जिवें एक माँ अपने पुत नूं चाह दे नाल संभालदी है, उस प्रकार अकाल पुरख वाहिगुरू जी की प्रतिपालना। दुख भंजन सुख सागर स्वामी, देत सगल आहारे जियो। ਉਹ हरि परिपूर्ण परमात्मा वाहिगुरू दुखां दे खत्म करन वाला है, सुख सागर सुखां दा समुंदर है। असी संसारी जीव हैं, असी सुख लभदे हां पदार्थां दे विचों, क्योंकि असी गुरु की बाणी ते भरोसा नहीं ना करदे जी। जे गुरु की बाणी ते साडा विश्वास बना होवे ना जी, तां साहिब दी बाणी दा बोल असी पढ़दे हां। सतगुरु आखदे ने सब सुख दाता राम है, दूसर नाहिन कोई। सानू ये समझ तां आवे, सतगुरु तां सुनेहा दिंदे ने, पर असी भरोसा नहीं करदे कि सुखां दा दाता केवल अकाल पुरख वाहिगुरू है। जिंदगी दे अंदर मंगण दी एक भावना, एक प्रथा है। संसारी तौर दे उत्ते असी बहुत कुछ एक दूजे को लै दे के सारदे हैं, ते गुरु दरबार दे अंदर आके भी झोली अड्ड के हथ जोड़ के असी कुछ ना कुछ मंगते जरूर हैं। पर ख्याल करिए भी साडे मंगण दे विच शामिल की है। असी पदार्थ मंगते हैं, असी धीआं पुत्रां दा सुख, कारोबार दा वाधा, असी अपने जीवन दे जिहड़े बाहरी तौर दे ना सुख उही मंगी तुरे जाने हैं। हालांकि मंगना माड़ा नहीं, तो सतगुरु ने मना भी किते नहीं कीता। साहिब तां सगों ये बचन करते ने, जितड़े फल मन बांछीए तितड़े सतगुर पास। जो इच्छा साडे मन विच पैदा हुंदी है ना भी आ मिले, गुरु कोल वो सारा कुछ ही है, पर असल दे विच ये गल है भी असीं मंगदे हां केवल पदार्थ। पदार्थां तो अगे चल के एक परमार्थ की मंग है, अध्यात्म की मंग है, एक प्रभु दे नाम की मंग भी है। जे सिख जग्यासू रूप अंदर हो के दाते दे कोलों दाते दे नाम नूं अपने हिरदे लई मंग लवे, सच करके जाणीए सानू कदे भी दुनियावी औगणां ते दुखां दा सामना नहीं करना पवेगा। शरीर दा सुभाव है, इहदे नाल दुख सुख चलदे ने, पर मन दे उत्ते उन्हां दुखां ते सुखां दा कोई बहुता प्रभाव नहीं पएगा, क्योंकि जदों मन नाम विच जुड़िया होया, सुख सागर अकाल पुरख वाहिगुरू दे नाम नूं ही हिरदे विच वसा लिया, ते फिर उत्थे पदार्थां दी भटकना किवें आ जावेगी। साहिब आख्या वो अकाल पुरख वाहिगुरू वो एक ते दुखां दे खत्म करन वाला है, दूसरा वो सुखां दा समुंदर है। इस गल दा यकीन बनाइए कि जे जिंदगी अंदर कोई दात प्राप्त होनी है तो केवल गुरु ग्रंथ साहिब महाराज सच्चे पातशाह दे कोलों मिलनी है। सतगुरु नूं नतमस्तक हुन्ने आ, गुरु हरकृष्ण साहिब सच्चे पातशाह महाराज जी दे दरबार असीं हाज़रियां भरदे हां ते भरोसे ते सिदक दे सहित आया करिए भी इस दर तो वड्डा कुछ होर है ही नहीं। ते अगे सतगुरु ने बचन कीता, देत सगल आहारे जियो। वो अकाल पुरख वाहिगुरू सारी सृष्टि नूं रिजक देण वाला, सारी सृष्टि नूं सिरजिया उसने,
ਰਿਜ਼ਕ ਉਹ ਪਹੁੰਚਾਉਣ ਵਾਲਾ ਹੈ। ਇਹ ਮਨੁੱਖ ਦੀ ਆਪਣੀ ਇੱਕ ਗਲਤ ਫਹਿਮੀ ਲਾ ਲਈਏ ਕਿ ਮਨੁੱਖ ਸੋਚਦਾ ਸ਼ਾਇਦ ਮੈਂ ਪਰਿਵਾਰ ਦੀ ਪਾਲਣਾ ਕਰ ਰਿਹਾ। ਨਹੀਂ, ਸਾਹਿਬ ਕਹਿੰਦੇ ਨੇ ਜਿਹੜਾ ਜਿਹੜਾ ਜੀਵ ਪੈਦਾ ਹੋਇਆ ਹੈ ਨਾ, ਪਹਿਲੋਂ ਦੇ ਤੈ ਰਿਜ਼ਕ ਸੰਭਾਹਾ, ਪਿੱਛੋਂ ਦੇ ਤੈ ਜੰਤ ਉਪਾਹਾ। ਅਸੀਂ ਕਹਿੰਦੇ ਹਾਂ ਵੀ ਸਾਡੇ ਘਰ ਧੀ ਪੁੱਤਰ ਪੈਦਾ ਹੋਇਆ, ਇਹਦੀ ਸੰਭਾਲ, ਇਹਦਾ ਰਿਜ਼ਕ ਸਾਡੀ ਜ਼ਿੰਮੇਵਾਰੀ ਨਹੀਂ ਭਲਿਆ। ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦੀ ਤਾਕਤ ਜੇ ਹੈ ਤੇ ਉਹ ਪਰਮੇਸ਼ਰ ਦੇਣ ਵਾਲਾ ਹੈ। ਰਿਜ਼ਕ ਦੇਣ ਵਾਲਾ ਅਕਾਲ ਪੁਰਖ ਵਾਹਿਗੁਰੂ ਹੈ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਦੀ ਇੱਕ ਛੋਟੀ ਜੀ ਸਾਖੀ ਆਪ ਜੀ ਨਾਲ ਸਾਂਝੀ ਕਰਾਂ। ਪਰਚੀਆਂ ਭਾਈ ਸੇਵਾ ਦਾਸ ਦੇ ਅੰਦਰ ਇਹ ਬਚਨ ਅੰਕਿਤ, ਇਹ ਉੱਥੇ ਦਰਜ ਨੇ। ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਦਰਬਾਰ ਲੱਗਾ ਹੋਇਆ। ਇੱਕ ਸਿੱਖ ਆਇਆ, ਚਿਹਰੇ ਦੇ ਹਾਵ ਭਾਵ ਦੱਸਦੇ ਨੇ ਕਿ ਮਾਨਸਿਕ ਤੌਰ ਤੇ ਵੀ ਬਹੁਤ ਦੁਖੀ ਹੈ, ਚਿਹਰਾ ਉਦਾਸੀ ਦੇ ਆਲਮ ਵਿੱਚ ਹੈ। ਬੜੀ ਨਿਰਾਸ਼ਾ ਦੇ ਨਾਲ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਕੋਲ ਆ ਕੇ ਨਾ ਜੀ ਇਹਨੇ ਨਮਸਕਾਰ ਕੀਤੀ ਹੈ। ਮਹਾਰਾਜ ਸਾਹਿਬ ਜੀ ਦੇ ਨਾਲ ਬਚਨ ਕਰਨੇ ਚਾਹੁੰਦਾ ਹੈ। ਸਤਿਗੁਰਾਂ ਦੇ ਸਿੱਖਾਂ ਨੇ ਆਗਿਆ ਦਿੱਤੀ ਕਿ ਤੁਸੀਂ ਠੀਕ ਹੈ ਸਤਿਗੁਰੂ ਨਾਲ ਬਚਨ ਕਰੋ। ਆਖਣ ਲੱਗਾ, ਸਾਹਿਬ ਜੀ ਮੈਂ ਨਾ ਸਰੀਰ ਕਰਕੇ ਬਹੁਤ ਬਿਮਾਰ ਰਹਿਣਾ, ਮੇਰੇ ਘਰ ਵਿੱਚ ਦੁੱਖ ਬਹੁਤ ਜ਼ਿਆਦੇ ਨੇ। ਮੇਰਾ ਇੱਕ ਪੁੱਤਰ ਚੜ੍ਹਾਈ ਕਰ ਗਿਆ, 2 ਧੀਆਂ ਤੇ ਇੱਕ ਪੁੱਤਰ ਪਿੱਛੇ ਹੈ, ਤੇ ਮੈਂ ਆਰਥਿਕ ਤੌਰ ਤੇ ਵੀ ਮੇਰੇ ਕੋਲ ਕੋਈ ਬਹੁਤਾ ਧਨ ਨਹੀਂ ਹੈ। ਸਰੀਰ ਦਾ ਹਾਲ ਇੱਦਾਂ ਦਾ ਵੀ ਇਉਂ ਲੱਗਦਾ ਵੀ ਜ਼ਿੰਦਗੀ ਬਹੁਤੀ ਨਹੀਂ ਬਚੀ। ਮਹਾਰਾਜ ਜੇ ਮੈਂ ਸੰਸਾਰ ਤੋਂ ਚਲਿਆ ਗਿਆ, ਜੇ ਮੈਂ ਚੜ੍ਹਾਈ ਕਰ ਗਿਆ ਤੇ ਮੇਰੇ ਪਰਿਵਾਰ ਦਾ ਕੀ ਬਣੇਗਾ। ਤੇ ਸਾਹਿਬ ਨੇ ਸੁਭਾਵਿਕ ਇੱਕ ਬਚਨ ਆਖਿਆ, ਭਲਿਆ ਪਰਿਵਾਰ ਦੀ ਫਿਕਰ ਕਰਨ ਵਾਲਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਉਹਨੇ ਜਿਸ ਜੀਵ ਨੂੰ ਵੀ ਪੈਦਾ ਕੀਤਾ ਹੈ ਨਾ, ਉਹਦੇ ਰਿਜ਼ਕ ਦਾ ਪ੍ਰਬੰਧ ਉਹਨੇ ਆਪ ਕੀਤਾ ਹੈ। ਤੂੰ ਮਨ ਦੇ ਅੰਦਰ ਕੋਈ ਚਿੰਤਾ ਨਾ ਲਾ। ਤੇਰੇ ਮਨ ਦੇ ਅੰਦਰ ਇਸ ਗੱਲ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਗਮ, ਕੋਈ ਕਿਸੇ ਤਰ੍ਹਾਂ ਦਾ ਸੋਗ ਨਹੀਂ ਪੈਦਾ ਹੋਣਾ ਚਾਹੀਦਾ ਵੀ ਪਰਿਵਾਰ ਦਾ ਕੀ ਬਣੇਗਾ। ਪਰ ਉਹ ਸੰਸਾਰੀ ਮਤ ਵਿੱਚ ਗਿੱਝਾ ਹੋਇਆ, ਉਹ ਮੰਨੇ ਨਾ ਜੀ। ਉਹ ਆਖੇ ਨਹੀਂ, ਮਹਾਰਾਜ ਮੈਨੂੰ ਸਮਝਾਓ, ਦੱਸੋ ਜੇ ਮੈਂ ਕਮਾਉਣ ਵਾਲਾ ਘਰ ਵਿੱਚ ਮੈਂ ਹੀ ਚਲਿਆ ਗਿਆ ਤੇ ਪਿੱਛੋਂ ਕਮਾਈ ਕੋਈ ਨਹੀਂ ਆਉਣੀ, ਮੇਰਾ ਤੇ ਪਰਿਵਾਰ ਭੁੱਖਾ ਮਰ ਜਾਏਗਾ, ਪਰਿਵਾਰ ਰੁਲ ਜਾਏਗਾ। ਸਤਿਗੁਰੂ ਗੁਰੂ ਹਰਿਰਾਏ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਇੱਕ ਕੌਤਕ ਵਰਤਾਇਆ। ਸਾਹਿਬ ਆਖਣ ਲੱਗੇ ਵੀ ਕਾਬਲ ਵਿੱਚ ਭੇਜਦੇ ਆ ਤੈਨੂੰ, ਉੱਥੇ ਸਾਡਾ ਇੱਕ ਸਿੱਖ ਰਹਿੰਦਾ ਹੈ, ਉਸ ਸਿੱਖ ਦੇ ਪਾਸ ਨਾ ਆ ਸਾਡੀ ਚਿੱਠੀ ਲੈ ਜਾ। ਸਾਹਿਬ ਨੇ ਇੱਕ ਬੰਦ ਚਿੱਠੀ ਉਸ ਸਿੱਖ ਦੇ ਹੱਥ ਫੜਾਈ ਤੇ ਆਖਿਆ ਵੀ ਕਾਬਲ ਵਿੱਚ ਚਲਿਆ ਜਾ, ਇਹ ਚਿੱਠੀ ਫਲਾਣੇ ਸਿੱਖ ਨੂੰ ਦੇ ਦੇਵੀਂ, ਤੇਰੇ ਕਾਰਜ ਰਾਸ ਹੋ ਜਾਵਣਗੇ, ਜੋ ਤੂੰ ਚਾਹੁੰਦਾ ਹੈ ਨਾ ਤੇ ਉਹ ਤੈਨੂੰ ਪ੍ਰਾਪਤ ਹੋ ਜਾਵੇਗਾ। ਹੁਣ ਗੁਰੂ ਦਾ ਹੁਕਮ ਸੀ, ਉਹ ਸਿੱਖ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਵਿੱਚੋਂ ਚਲਿਆ ਗਿਆ, ਕਾਬਲ ਪਹੁੰਚਿਆ। ਜਿਸ ਸਿੱਖ ਨੂੰ ਚਿੱਠੀ ਦੇਣ ਵਾਸਤੇ ਕਿਹਾ ਸੀ ਉਹਦੇ ਤੱਕ ਪਹੁੰਚ ਕੀਤੀ। ਜਦੋਂ ਚਿੱਠੀ ਫੜਾਈ ਤੇ ਉਹਨੇ ਕਿਹਾ, ਸੱਜਣਾ ਬਹਿ ਜਾ, ਗੁਰੂ ਦੇ ਦਰਬਾਰ ਵਿੱਚੋਂ ਆਇਆ, ਜਲ ਪਾਣੀ ਪੁੱਛਿਆ। ਗੁਰੂ ਦੀ ਚਿੱਠੀ ਆਈ ਸੀ, ਗੁਰੂ ਦਾ ਸੁਨੇਹਾ ਸੀ। ਉਹਨੇ ਧੰਨ ਪਾ ਕਹਿ ਕੇ ਖੋਲ ਕੇ ਜਦੋਂ ਚਿੱਠੀ ਪੜ੍ਹੀ ਤੇ ਉਹਦੇ ਵਿੱਚ ਲਿਖਿਆ ਸੀ ਕਿ ਜਿਹੜਾ ਸਿੱਖ ਚਿੱਠੀ ਦੇ ਕਰਕੇ ਅਸੀਂ ਤੁਹਾਡੇ ਕੋਲ ਭੇਜ ਰਹੇ ਹਾਂ, ਇਹਨੂੰ 6 ਮਹੀਨੇ ਆਪਣੇ ਕੋਲ ਰੱਖਣਾ ਹੈ, ਆਪਣੇ ਪਾਸ ਆਪਣੀ ਨਿਗਰਾਨੀ ਹੇਠ ਰੱਖਣਾ ਹੈ, ਇਹਨੂੰ ਵਾਪਸ ਨਹੀਂ ਆਉਣ ਦੇਣਾ। ਹੁਣ ਜਦ ਗੁਰੂ ਦਾ ਹੁਕਮ ਸੀ, ਚਿੱਠੀ ਵਿੱਚ ਲਿਖਿਆ, ਉਹ ਸਿੱਖ ਚਿੱਠੀ ਫੜਾ ਕੇ ਜਲ ਪਾਣੀ ਛਕ ਕੇ ਤੁਰਨ ਲੱਗਾ ਤੇ ਉਸ ਚਿੱਠੀ ਪ੍ਰਾਪਤ ਕਰਨ ਵਾਲੇ ਨੇ ਆਖਿਆ, ਸੱਜਣਾ ਤੁਰਨ ਦਾ ਹੁਕਮ ਨਹੀਂ ਹੈ, ਸਤਿਗੁਰੂ ਦਾ ਇਹ ਹੁਕਮ ਸੁਨੇਹਾ ਆਇਆ ਹੈ ਕਿ ਤੈਨੂੰ ਇੱਥੇ ਸਾਡੇ ਪਾਸ ਰਹਿਣਾ ਪਵੇਗਾ। ਉਹ ਇੱਕਦਮ ਹੈਰਾਨ ਹੋਇਆ ਵੀ ਗਿਆ ਤੇ ਮਹਾਰਾਜ ਦੇ ਕੋਲ ਇਸ ਵਾਸਤੇ ਸਾਂ ਵੀ ਮਹਾਰਾਜ ਸਾਡੇ ਰਿਜ਼ਕ ਦਾ ਕੀ ਹੋਵੇਗਾ, ਮੇਰਾ ਪਰਿਵਾਰ ਭੁੱਖਾ ਮਰੇਗਾ, ਰੁਲ ਜਾਵੇਗਾ ਜੇ ਕਿਤੇ ਮੈਂ ਸੰਸਾਰ ਤੋਂ ਚੜ੍ਹਾਈ ਕਰ ਗਿਆ। ਮੈਂ ਤੇ ਗਿਆ ਸੀ ਆਪਣੀ ਕੋਈ ਵੇਦਨਾ ਲੈ ਕੇ, ਆਪਣਾ ਦੁੱਖ ਲੈ ਕੇ ਕਿ ਸਤਿਗੁਰੂ ਸਮਰੱਥ ਨੇ ਕੋਈ ਹੱਲ ਕਰ ਦੇਵਣਗੇ। ਪਰ ਮਹਾਰਾਜ ਨੇ ਇਹ ਕੈਸੀ ਲੀਲਾ, ਕੈਸਾ ਕੌਤਕ ਵਰਤਾਇਆ ਹੈ ਕਿ ਮੈਨੂੰ ਇੱਥੇ ਹੀ ਰਹਿਣ ਦਾ ਜਿਹੜਾ ਇਹ ਹੁਕਮ ਕਰ ਦਿੱਤਾ। ਸਿੱਖਾਂ ਨੇ ਕਿਹਾ ਤੂੰ ਜਾ ਨਹੀਂ ਸਕਦਾ। ਇੱਧਰ ਪਰਿਵਾਰ ਦੇ ਵਿੱਚ ਜਦੋਂ ਕੁਝ ਦਿਨ ਬਤੀਤ ਹੋਏ, ਮਹੀਨਾ ਬਤੀਤ ਹੋ ਗਿਆ, ਪਰਿਵਾਰ ਦੇ ਜੀਆਂ ਨੇ ਇਉਂ ਸਮਝ ਲਿਆ ਕਿ ਬਿਮਾਰ ਰਹਿੰਦਾ ਸੀ, ਸਰੀਰਕ ਅਵਸਥਾ ਕੋਈ ਚੰਗੀ ਨਹੀਂ।
ਇੰਜ ਜਾਪਦਾ ਵੀ ਕਿਤੇ ਹੁਕਮ ਸੱਤ ਹੋ ਗਿਆ, ਭਾਵ ਚੜ੍ਹਾਈ ਕਰ ਗਿਆ। ਹੁਣ ਨਗਰ ਨੇ ਸਲਾਹ ਕੀਤੀ ਵੀ ਕਮਾਉਣ ਵਾਲਾ ਸੀ ਉਹ ਘਰ ਵਿੱਚੋਂ ਚਲਿਆ ਗਿਆ। ਉਹਨਾਂ ਨੇ ਆਪਣੇ ਤੌਰ ਦੇ ਉੱਤੇ ਨਗਰ ਨੇ ਇਕੱਠਿਆਂ ਹੋ ਕਰਕੇ ਨਾ ਜੀ ਤੇ ਉਸ ਇਨਸਾਨ ਦੇ ਪਿੱਛੇ ਪਰਿਵਾਰ ਨੂੰ ਜਿਹੜਾ ਸੀ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਦੇ ਕਰਕੇ ਤੇ ਉਹਦੇ ਰਿਜ਼ਕ ਦਾ ਪ੍ਰਬੰਧ ਕਰ ਦਿੱਤਾ। ਉਹਦੀ ਧੀ ਸੀ, ਉਹਦੀ ਘਰ ਵਾਲੀ, ਇੱਕ ਮਾਤਾ ਨੇ ਉਹਨਾਂ ਨੂੰ ਹੱਥੀਂ ਕਿਰਤ ਕਰਨ ਦੀ ਜਾਚ ਦੱਸਣੀ ਸ਼ੁਰੂ ਕਰ ਦਿੱਤੀ ਕਿ ਤੁਸੀਂ ਕਸੀਦਾ ਕੱਢ ਲਿਆ ਕਰੋ। ਇੱਦਾਂ ਕਰਕੇ ਉਹ ਜਿਹੜਾ ਸਤਿਗੁਰੂ ਦੇ ਕੋਲ ਫਿਕਰ ਲੈ ਕੇ ਗਿਆ ਸੀ ਵੀ ਰਿਜ਼ਕ ਦਾ ਕੀ ਬਣੇਗਾ, ਪਰਿਵਾਰ ਕਿਵੇਂ ਪਲੇਗਾ, ਮਹਾਰਾਜ ਮੈਂ ਜੇ ਮੈਨੂੰ ਕੁਝ ਹੋ ਗਿਆ, ਉਹ ਕਾਬਲ ਵਿੱਚ ਬੈਠਾ ਹੈ, ਇੱਧਰ ਪਰਿਵਾਰ ਸੁਖੀ ਵਸਦਾ ਪਿਆ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਕੋਈ ਬੇਦੀ ਬਣਾਉਣੀ ਸੀ, ਉਸ ਬਣੀ ਹੋਈ ਬੇਦ ਦੇ ਸਦਕੇ ਪਰਿਵਾਰ ਐਨ ਸੁਖ ਆਰਾਮ ਦੇ ਵਿੱਚ ਹੈ। 6 ਮਹੀਨੇ ਬਤੀਤ ਹੋਏ। ਜਦੋਂ ਉਹਨੂੰ ਉੱਥੋਂ ਕਾਬਲ ਚੋਂ ਸਿੱਖਾਂ ਨੇ ਛੱਡ ਦਿੱਤਾ, ਭਾਈ ਸਮਾਂ ਪੂਰਾ ਹੋ ਗਿਆ, ਤੂੰ ਚਲਿਆ ਜਾ, ਉਹ ਆਪਣੇ ਘਰ ਵੱਲ ਨੂੰ ਆਉਂਦਾ ਹੈ ਤੇ ਮਨ ਵਿੱਚ ਸੋਚਦਾ ਹੈ ਵੀ ਪਰਿਵਾਰ ਦੇ ਵਿੱਚ ਦੇ ਅੱਗੇ ਹੀ ਬੜੀ ਤੰਗੀ ਸੀ, ਜੋ ਥੋੜ੍ਹਾ ਬਹੁਤਾ ਕਮਾਉਨੇ ਸਾਂ ਰਲ ਕੇ ਖਾ ਲੈਨੇ ਸਾਂ, ਹੁਣ ਜਦੋਂ ਮੈਂ ਕਮਾਉਣ ਵਾਲਾ ਹੀ 6 ਮਹੀਨੇ ਤੋਂ ਲਾਂਭੇ ਹਾਂ ਤੇ ਪਰਿਵਾਰ ਦਾ ਤੇ ਬੁਰਾ ਹਾਲ ਹੋ ਗਿਆ ਹੋਵੇਗਾ, ਪਤਾ ਨਹੀਂ ਕੋਈ ਜੀ ਬਚਿਆ ਹੈ ਕਿ ਨਹੀਂ ਬਚਿਆ, ਹੋ ਸਕਦਾ ਭੁੱਖ ਦੇ ਨਾਲ ਹੀ ਸੰਸਾਰ ਤੋਂ ਚੜ੍ਹਾਈ ਕਰ ਗਏ ਹੋਣ। ਇੱਦਾਂ ਦੀਆਂ ਵਿਉਂਤਾਂ ਮਨ ਵਿੱਚ ਲੈ ਕੇ ਜਦੋਂ ਘਰ ਪਹੁੰਚਿਆ, ਕੀ ਵੇਖਦਾ ਹੈ ਕਿ ਪਰਿਵਾਰ ਦੇ ਪਿਛਲੇ ਜੀਆਂ ਦੇ ਹਾਲਾਤ ਚੰਗੇ ਨੇ, ਘਰ ਵਿੱਚ ਰਿਜ਼ਕ ਬਥੇਰਾ ਹੈ। ਜਦੋਂ ਸਾਰੀ ਵਾਰਤਾ ਦੱਸੀ ਕਿ ਘਰ ਵਾਲੀ ਨੇ ਦੱਸਿਆ, ਤੁਹਾਡੇ ਜਾਣ ਤੋਂ ਬਾਅਦ ਨਗਰ ਨੇ ਸਾਡੇ ਨਾਲ ਆਹ ਗੁਣ ਕੀਤਾ ਹੈ ਕਿ ਸਾਰੇ ਨਗਰ ਵਿੱਚੋਂ ਸਾਨੂੰ ਰਿਜ਼ਕ ਪਹੁੰਚ ਗਿਆ, ਅਸੀਂ ਤੇ ਬੜੇ ਸੌਖੇ ਵਸਦੇ, ਅਸੀਂ ਤੇ ਇਹ ਸਮਝ ਲਿਆ ਸੀ ਕਿ ਸ਼ਾਇਦ ਤੁਸੀਂ ਕਿਤੇ ਸੰਸਾਰ ਤੋਂ ਚੜ੍ਹਾਈ ਕਰ ਗਏ ਜਿਹੜਾ ਵਾਪਸ ਨਹੀਂ ਮੁੜੇ। ਉਹ ਸਿੱਖ ਵਾਪਸ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਇਆ, ਚਰਨਾਂ ਤੇ ਨਮਸਕਾਰ ਕਰਕੇ ਸਾਹਿਬ ਮਹਾਰਾਜ ਜੀ ਦੇ ਕੋਲੋਂ ਆਪਣੀ ਭੁੱਲ ਬਖਸ਼ਾਈ, ਸਤਿਗੁਰੂ ਮੈਂ ਸੰਸਾਰੀ ਜੀਵ, ਸੰਸਾਰੀ ਮਤ ਦੇ ਸਦਕਾ 6 ਮਹੀਨੇ ਪਹਿਲਾਂ ਇਸ ਗੱਲ ਤੇ ਅੜਿਆ ਪਿਆ ਸਾਂ ਕਿ ਕਮਾਉਣ ਤੇ ਖਵਾਉਣ ਵਾਲਾ ਮੈਂ ਆ ਮਹਾਰਾਜ, ਜੋ ਤੁਸਾਂ ਕੌਤਕ ਮੇਰੇ ਨਾਲ ਵਰਤਾਇਆ ਮੈਨੂੰ ਹੁਣ ਸਮਝ ਆਈ ਹੈ ਕਿ ਸੱਚਮੁੱਚ ਜਿਵੇਂ ਤੁਸੀਂ ਬਚਨ ਕਰਦੇ ਸੀ ਵੀ ਸਭਨਾਂ ਦਾ ਰਿਜ਼ਕ ਦਾਤਾ ਅਕਾਲ ਪੁਰਖ ਵਾਹਿਗੁਰੂ ਹੈ, ਸੱਚਮੁੱਚ ਹੀ ਮੈਨੂੰ ਯਕੀਨ ਹੋ ਗਿਆ ਕਿ ਮੇਰੇ ਜਾਂ ਕਿਸੇ ਹੋਰ ਇਨਸਾਨ ਦੇ ਵੱਸ ਕੁਝ ਨਹੀਂ, ਰਿਜ਼ਕ ਦੇਵਣ ਵਾਲਾ ਉਹ ਪਰਿਪੂਰਨ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਆਪ ਹੈ। ਇੱਥੇ ਸਾਹਿਬ ਨੇ ਬਚਨ ਕੀਤਾ, ਦੇਤ ਸਗਲ ਆਹਾਰੇ ਜੀਓ, ਸਭਨਾਂ ਨੂੰ, ਜਿਵੇਂ ਆਪਾਂ ਰੋਜ਼ ਬਚਨ ਪੜ੍ਹਦੇ ਹਾਂ, ਸਿਰ ਸਿਰ ਰਿਜ਼ਕ ਸੰਭਾਹੇ ਠਾਕੁਰ। ਅਸੀਂ ਆਪਣੀ ਗੱਲ ਕਰੀਏ ਨਾ ਤੇ ਆਪਣਾ ਤਾਂ ਅਸੀਂ ਕਹਾਂਗੇ ਵੀ ਅਸੀਂ ਕਮਾ ਕੇ ਲਿਆਉਨੇ ਹਾਂ, ਆਪਾਂ ਬਾਹਰ ਝਾਤ ਮਾਰੀਏ ਵੀ ਪੰਛੀਆਂ ਨੂੰ ਕੌਣ ਕਮਾ ਕੇ ਦਿੰਦਾ, ਉਹ ਕਿਹੜੀ ਨੌਕਰੀ ਤੇ ਜਾਂਦੇ, ਕਿਹੜਾ ਕਾਰੋਬਾਰ ਕਰਦੇ ਨੇ, ਉਹ ਐਨ ਖੁੱਲੇ ਆਜ਼ਾਦ ਨੇ, ਡਾਲ ਡਾਲ ਫਿਰਦੇ ਨੇ, ਤੇ ਤਾਂ ਵੀ ਉਹ ਰਾਤ ਨੂੰ ਜਿਹੜਾ ਹੈ ਉਹ ਆਪਣਾ ਭੋਜਨ ਪ੍ਰਾਪਤੀ ਕਰ ਲੈਂਦੇ ਨੇ। ਕਾਰਨ ਕਿਉਂਕਿ ਪ੍ਰਭੂ ਨੇ ਸਭਨਾਂ ਨੂੰ ਜਦੋਂ ਰਿਜ਼ਕ ਦੇਣਾ ਹੈ ਤੇ ਸਭਨਾਂ ਵਿੱਚ ਫਿਰ ਪਸ਼ੂ ਪੰਛੀ ਕੀੜੇ ਮਕੌੜੇ ਇਤਿਆਦਿਕ ਸਾਰਾ ਕੁਝ ਆਉਂਦਾ ਹੈ। ਜਲ ਥਲ ਪੂਰ ਰਹਿਆ ਮਿਹਰਵਾਨਾ, ਸਦ ਬਲਹਾਰ ਜਾਈਐ ਕੁਰਬਾਨਾ। ਜਲ ਤੇ ਥਲ ਧਰਤੀ ਤੇ ਪਾਣੀ, ਭਾਵ ਜਿਸ ਵੀ ਹਿੱਸੇ ਦੀ ਗੱਲ ਕਰੋਗੇ ਇਸ ਬ੍ਰਹਿਮੰਡ ਦੇ ਜ਼ਰਰੇ ਜ਼ਰਰੇ ਦੇ ਅੰਦਰ ਕਰਤਾ ਪੁਰਖ ਵਾਹਿਗੁਰੂ ਜੀ ਦੀ ਜੋਤ ਸਮਾਈ ਹੋਈ ਹੈ। ਆਪਾਂ ਬਚਨ ਪੜ੍ਹਦੇ ਹਾਂ, ਇਹ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਉਹਨੇ ਇਹਨੂੰ ਸਿਰਜ ਕੇ ਇਸ ਆਪਣੀ ਸੋਹਣੀ ਕੁਦਰਤ ਨੂੰ ਕਾਦਰ ਨੇ ਸਿਰਜ ਕਰਕੇ ਤੇ ਇਹਦੇ ਤੋਂ ਲਾਂਭੇ ਕੋਈ ਟਿਕਾਣਾ ਨਹੀਂ ਬਣਾਇਆ, ਇਹਦੇ ਵਿੱਚ ਰਮਿਆ ਹੋਇਆ ਵਸਦਾ ਹੋਇਆ ਬੈਠਾ ਹੈ। ਸਾਹਿਬ ਮਹਾਰਾਜ ਆਖਦੇ ਨੇ ਉਸ ਕਰਤਾ ਪੁਰਖ ਵਾਹਿਗੁਰੂ ਜੀ ਤੋਂ ਸਦ ਬਲਿਹਾਰ ਜਾਈਏ, ਕੁਰਬਾਨ ਜਾਈਏ, ਵਾਰਨੇ ਸਦਕੇ ਜਾਈਏ। ਏਡੇ ਪਰਉਪਕਾਰੀ ਦਾਤੇ ਨੇ ਸਾਰਾ ਕੁਝ ਸਿਰਜ ਕੇ ਆਪਣੀ ਪਰਮ ਸਤਾ ਵੀ ਆਪਣੀ ਸਿਰਜਣਾ ਦੇ ਅੰਦਰ ਹੀ ਟਿਕਾਈ ਹੋਈ ਹੈ। ਮਹਾਰਾਜ ਅੱਗੇ ਬਚਨ ਕਰਦੇ ਹਨ, ਰੈਣ ਦਿਨਸ ਤਿਸ ਸਦਾ ਧਿਆਈ ਹੈ, ਰੈਣ ਦਿਨਸ ਤਿਸ ਸਦਾ ਧਿਆਈ, ਜੇ ਖਿਨ ਮਹਿ ਸਗਲ ਉਧਾਰੇ ਜੀਓ। ਹੁਣ ਇੱਥੇ ਬਚਨ ਕੀਤਾ ਵੀ ਉਹਨੂੰ ਜਪਣਾ ਕਿਵੇਂ ਹੈ, ਉਹਨੂੰ ਧਿਆਉਣਾ, ਉਹਨੂੰ ਸਿਮਰਨਾ ਕੀ ਹੈ।
ਇੱਕ ਤੇ ਸਾਨੂੰ ਸਤਿਗੁਰੂ ਦਾ ਹੁਕਮ ਹੈ ਵੀ ਅਸੀਂ ਨਿਤਨੇਮ ਕਰਨਾ ਹੈ ਦੋਵੇਂ ਵੇਲੇ। ਅਸੀਂ ਵੱਧ ਤੋਂ ਵੱਧ ਬਾਣੀ ਪੜ੍ਹਨੀ, ਸੁਣਨੀ ਹੈ, ਵਿਚਾਰ ਸੁਣਨੀ, ਕੀਰਤਨ ਸੁਣਨਾ ਹੈ। ਇਹ ਹੈ ਸਾਡਾ ਨਿਤਨੇਮ ਹੈ, ਗੁਰੂ ਕਾ ਹੁਕਮ ਹੈ। ਅਸੀਂ ਗੁਰੂ ਦਰਬਾਰ ਵਿੱਚ ਆਉਂਦੇ ਹਾਂ, ਇੱਥੇ ਆ ਕੇ ਬਾਣੀ ਸੁਣਦੇ ਪੜ੍ਹਦੇ ਹਾਂ, ਇਹ ਗੁਰੂ ਕੇ ਹੁਕਮ ਹੈ। ਪਰ ਇਸ ਤੋਂ ਅਗਲੀ ਗੱਲ ਕੀ ਹੈ ਵੀ ਜੋ ਅਸੀਂ ਗੁਰੂ ਕੇ ਬਚਨਾਂ ਨੂੰ ਸੁਣ ਰਹੇ ਹਾਂ, ਜੋ ਅਸੀਂ ਗੁਰੂ ਕੇ ਬਚਨਾਂ ਨੂੰ ਪੜ੍ਹ ਰਹੇ ਹਾਂ, ਗਾਵੀਐ ਸੁਣੀਐ ਮਨ ਰੱਖੀਐ ਭਾਉ। ਜੋ ਗਾਇਆ ਹੈ, ਜੋ ਪੜ੍ਹਿਆ ਹੈ, ਜੋ ਸੁਣਿਆ ਹੈ, ਉਹ ਗੁਰੂ ਕੇ ਬਚਨ ਨੇ। ਉਹ ਰੱਬੀ ਬੋਲਾਂ ਨੂੰ ਆਪਣੇ ਮਨ ਵਿੱਚ ਵਸਾਉਣਾ, ਉਹਨਾਂ ਦੇ ਪ੍ਰਤੀ ਆਪਣੇ ਮਨ ਵਿੱਚ ਸਤਿਕਾਰ ਰੱਖਣਾ ਹੈ। ਕਿਉਂਕਿ ਗੁਰਬਾਣੀ ਕੋਈ ਕੰਨ ਰਸ ਨਹੀਂ ਹੈ, ਗੁਰਬਾਣੀ ਅਧਿਆਤਮ ਦਾ ਵਿਸ਼ਾ ਹੈ, ਗੁਰਬਾਣੀ ਮਨ ਦੇ ਸਵਾਰਨ ਹਿਤ ਹੈ। ਗੁਰਬਾਣੀ ਜਦੋਂ ਮਨ ਦੇ ਵਿੱਚ ਵਸਾਵਾਂਗੇ, ਹਿਰਦੇ ਵਿੱਚ ਵਸੇ ਹੋਏ ਇਹ ਰੱਬੀ ਬੋਲ ਸਾਡੇ ਜੀਵਨ ਨੂੰ ਸਵਾਰਨ ਦੀ ਤਾਕਤ ਤੇ ਸਮਰੱਥਾ ਰੱਖਦੇ ਨੇ। ਜਦੋਂ ਬਾਣੀ ਦੇ ਇਹਨਾਂ ਬਚਨਾਂ ਦਾ ਅਸਰ ਮਨ ਤੇ ਹੋ ਜਾਵੇ ਤਾਂ ਸੱਚੇ ਪਾਤਸ਼ਾਹ ਜੀ ਸਾਨੂੰ ਇਹ ਸਮਝਾਉਂਦੇ ਨੇ, ਭਾਈ ਫਿਰ ਸਾਡੇ ਉਧਾਰ ਦੀ ਭਾਵ ਇਸ ਸੰਸਾਰ ਸਮੁੰਦਰ ਤੋਂ ਤਰ ਜਾਣ ਦੀ ਜਿਹੜੀ ਉਹ ਅਵਸਥਾ ਹੈ ਨਾ, ਉਹ ਸਮਾਂ ਇੱਕ ਖਿਣ ਮਾਤਰ ਹੀ ਲੱਗਦਾ ਹੈ ਪ੍ਰਭੂ ਨੂੰ। ਉਹਦੇ ਵਾਸਤੇ ਕੋਈ ਔਖਾ ਕੰਮ ਨਹੀਂ। ਹਾਂ, ਇਹ ਹੈ ਕਿ ਸਾਨੂੰ ਮੁਸ਼ੱਕਤਬਾਜ਼ ਜ਼ਿੰਦਗੀ ਕਰਨੀ ਪੈਂਦੀ ਹੈ। ਸਾਨੂੰ ਆਪਣੇ ਜੀਵਨ ਨੂੰ ਗੁਜ਼ਾਰਨ ਦੇ ਵਾਸਤੇ ਬਾਹਰੀ ਤੌਰ 'ਤੇ ਵੀ ਮਿਹਨਤ ਕਰਨੀ ਪੈਂਦੀ ਹੈ, ਅਤੇ ਇਸ ਜੀਵਨ ਨੂੰ ਸਵਾਰਨ ਦੇ ਲਈ ਅੰਤਰੀਵ ਤੌਰ 'ਤੇ ਵੀ ਨਾਮ ਨਾਲ ਜੁੜ ਕੇ ਨਾਮ ਦੀ ਮਿਹਨਤ ਨੂੰ ਜਿਹੜਾ ਹੈ, ਮੁਸ਼ੱਕਤ ਨੂੰ ਉਹ ਕਰਨਾ ਪਏਗਾ। ਪਰ ਸਾਹਿਬ ਕਹਿੰਦੇ ਨੇ ਵੀ ਉਹਨੂੰ ਦਿਨ ਤੇ ਰਾਤ, ਦਿਨ ਸਰਾਤ ਨੂੰ ਚੇਤੇ ਵਿੱਚ ਰੱਖੀਏ। ਸਦਾ ਧਿਆਉਣ ਤੋਂ, ਦਿਨ ਰਾਤ ਧਿਆਉਣ ਤੋਂ ਭਾਵ ਹੈ ਵੀ ਉਹ ਸਾਨੂੰ ਵਿਸਰੇ ਨਾ। ਇਹ ਨਹੀਂ ਵੀ ਗੁਰੂ ਦਾ ਹੁਕਮ ਨਿਤਨੇਮ ਅਸੀਂ ਕਰ ਲਿਆ, ਦਿਨ ਦੇ ਸਮੇਂ ਅਸੀਂ ਫਿਰ ਗੁਰੂ ਦੇ ਹੁਕਮਾਂ ਤੋਂ ਆਕੀ ਹੋਏ ਰਹੀਏ। ਨਹੀਂ ਭਾਈ, ਜੋ ਸਤਿਗੁਰੂ ਨੇ ਬਾਣੀ ਵਿੱਚ ਹੁਕਮ ਕੀਤੇ ਨੇ, ਜੋ ਸਤਿਗੁਰੂ ਨੇ ਸਿੱਖਿਆ ਸਾਨੂੰ ਬਾਣੀ ਵਿੱਚ ਦਿੱਤੀ ਹੈ, ਉਸ ਸਿੱਖਿਆ ਨੂੰ ਅੱਠੇ ਪੈਰ ਅਸੀਂ ਆਪਣੇ ਨਾਲ ਰੱਖਣਾ ਹੈ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਗੁਰੂ ਦੀ ਸਿੱਖਿਆ ਨਾਲ ਰਹੇ ਤਾਂ ਗੁਰੂ ਸਦਾ ਹੀ ਸਾਡੇ ਅੰਗ ਸੰਗ ਹੈ। ਅਸੀਂ ਸਿੱਖਿਆ ਨੂੰ ਨਾਲ ਲੈ ਕੇ ਤੁਰੀਏ ਤਾਂ ਗੁਰੂ ਕਦੀ ਵੀ ਸਾਡੇ ਤੋਂ ਦੂਰ ਨਹੀਂ ਹੋਵੇਗਾ। ਸਤਿਗੁਰੂ ਦਾ ਤਾਂ ਸੁਭਾਅ ਹੈ ਕਿ ਉਹ ਆਪਣੇ ਸਿੱਖ ਦੀ ਪ੍ਰਤਪਾਲਣਾ ਕਰਦਾ ਹੈ, ਆਪਣੇ ਸਿੱਖ ਦੀ ਪੈਜ ਹਰ ਵੇਲੇ ਰੱਖਦਾ ਹੈ। ਸਿੱਖ ਨੂੰ ਭਰੋਸਾ ਤੇ ਆਵੇ ਨਾ ਵੀ ਗੁਰੂ ਕੀ ਸਿੱਖਿਆ ਆਪਾਂ ਗੁਰੂ ਕੇ ਬਚਨਾਂ ਨੂੰ ਕਮਾਉਣਾ ਹੈ। ਸਾਹਿਬ ਨੇ ਆਖਰੀ ਬੰਦ ਵਿੱਚ ਕਿਰਪਾ ਕੀਤੀ, ਰਾਖ ਲੀਏ ਸਗਲੇ ਪ੍ਰਭ ਆਪੇ, ਉਤਰ ਗਏ ਸਭ ਸੋਗ ਸੰਤਾਪੇ। ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਆਪ ਹੈ। ਸਾਹਿਬ ਕਹਿੰਦੇ ਨੇ ਬਸ ਉਹਦੀ ਸ਼ਰਨ ਚਲੇ ਜਾਈਏ, ਉਹਨੂੰ ਸ੍ਰੇਸ਼ਟ ਜਾਣ ਲਈਏ। ਉਤਰ ਗਏ ਸਭ ਸੋਗ ਸੰਤਾਪੇ। ਜਿੰਨੇ ਵੀ ਸੋਗ ਨੇ, ਜੋ ਵੀ ਮਨ ਦੇ ਅੰਦਰ ਤੌਖਲੇ, ਚਿੰਤਾਵਾਂ, ਭਰਮ ਪੈਦਾ ਹੁੰਦੇ ਨੇ, ਇਹਨਾਂ ਦੇ ਖਤਮ ਹੋਣ ਦਾ ਇੱਕੋ ਇੱਕ ਤਰੀਕਾ ਹੈ। ਉਹ ਕੀ ਆ? ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਧੁਰ ਕੀ ਬਾਣੀ ਦੇ ਆਉਣ ਦਾ ਟਿਕਾਣਾ ਕੀ ਹੈ? ਵੀ ਸਾਡੇ ਹਿਰਦੇ ਵਿੱਚ ਗੁਰੂ ਕੇ ਬੋਲ ਵਸ ਜਾਵਣ। ਜਦੋਂ ਹਿਰਦੇ ਅੰਦਰ ਇੱਥੇ ਗੁਰੂ ਕੇ ਬੋਲਾਂ ਦਾ ਟਿਕਾ ਹੈ, ਉੱਥੇ ਫਿਰ ਸੰਸਾਰੀ ਚਿੰਤਾਵਾਂ, ਤੌਖਲੇ, ਦੁੱਖ, ਭਰਮ, ਵਿਕਾਰ, ਇਹ ਕੁਝ ਜਿਹੜਾ ਹੈ ਇਹ ਕਦੀ ਵੀ ਫਿਰ ਹਿਰਦੇ 'ਚ ਨਹੀਂ ਹੋਵੇਗਾ। ਕਿਉਂਕਿ ਉੱਥੇ ਨਾਮ ਦੀ ਜਿਹੜੀ ਹੈ ਨਾ, ਉਹ ਇੱਕ ਟਿਕਾਣਾ, ਇੱਕ ਆਸਣ ਬਣ ਚੁੱਕਾ ਹੈ। ਨਾਮ ਜਪਤ ਮਨ ਤਨ ਹਰਿਆਵਲ, ਪ੍ਰਭ ਨਾਨਕ ਨਦਰ ਨਿਹਾਰੇ ਜੀਓ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਇਸ ਪਾਵਨ ਸ਼ਬਦ ਦੀ ਅਖੀਰਲੀ ਪੰਕਤੀ ਦੇ ਅੰਦਰ ਕਿਰਪਾ ਕਰਦੇ ਨੇ। ਸਾਹਿਬ ਆਖਦੇ ਨੇ, ਨਾਮ ਜਪਤ ਮਨ ਤਨ ਹਰਿਆਵਲ। ਨਾਮ ਦੇ ਜਪਣ ਕਰਕੇ ਇਹ ਸਾਡਾ ਮਨ ਜਿਹੜਾ ਹੈ ਇਹ ਇੱਕ ਖੇੜੇ ਵਿੱਚ ਆਉਂਦਾ ਹੈ। ਹਰਿਆਵਲ ਤੋਂ ਭਾਵ ਹੈ ਜਿਵੇਂ ਬਾਹਰੀ ਤੌਰ 'ਤੇ ਬਨਸਪਤੀ ਨੂੰ ਪਾਣੀ ਪ੍ਰਾਪਤ ਹੋਵੇ ਤੇ ਉਹ ਫਲਦੀ ਫੁੱਲਦੀ ਮੌਲਦੀ ਹੈ, ਇਸੇ ਪ੍ਰਕਾਰ ਇਸ ਮਨ ਦੇ ਅੰਦਰ
ਪ੍ਰਭੂ ਦਾ ਨਾਮ ਕਿਤੇ ਸਾਨੂੰ ਸਤਿਗੁਰੂ ਜੀ ਦੇ ਕੋਲੋਂ ਲੈਣ ਦੀ ਜਾਚ ਆ ਜਾਵੇ। ਨਾਮ ਨੂੰ ਹਿਰਦੇ ਅੰਦਰ ਟਿਕਾਈਏ। ਇਸ ਨਾਮ ਨੂੰ ਜਪਦਿਆਂ ਹੋਇਆਂ ਸਾਡੇ ਮਨ ਅੰਦਰ ਸ਼ੁਭ ਗੁਣਾਂ ਦੀ ਹਰਿਆਵਲ ਪੈਦਾ ਹੋ ਜਾਂਦੀ ਹੈ। ਆਪਾਂ ਹੁਣ ਬਸੰਤ ਕੀ ਰੁੱਤ ਚੱਲ ਰਹੀ ਹੈ। ਗੁਰਮੁਖ ਪਿਆਰੇ ਰਾਗੀ ਸਿੰਘ ਰੋਜ਼ਾਨਾ ਇਹ ਬਚਨ ਦ੍ਰਿੜ ਕਰਵਾਉਂਦੇ ਨੇ ਬਸੰਤ ਕੀ ਵਾਰ ਵਿੱਚੋਂ, ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ। ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਧਿਆਇਆ, ਉਹਨੂੰ ਸਿਮਰਿਆ, ਉਹਨੂੰ ਜਪਿਆ, ਸਾਡੇ ਮਨ ਦੇ ਅੰਦਰ ਗੁਣਾਂ ਦੀ ਹਰਿਆਵਲ ਪੈਦਾ ਹੁੰਦੀ ਹੈ, ਜਿਨ੍ਹਾਂ ਗੁਣਾਂ ਦੇ ਕਰਕੇ ਪ੍ਰਭੂ ਦੇ ਦਰਬਾਰ ਅੰਦਰ ਸਾਡੇ ਜੀਵਨ ਨੂੰ ਕਿਸੇ ਪ੍ਰਕਾਰ ਕੋਈ ਇੱਜ਼ਤ, ਕੋਈ ਮਾਣ, ਕੋਈ ਵਡਿਆਈ ਪ੍ਰਾਪਤ ਹੁੰਦੀ ਹੈ। ਸਾਹਿਬ ਕਹਿੰਦੇ ਨੇ ਇਹ ਨਾਮ ਦੇ ਜਪਣ ਕਰਕੇ ਮਨ ਦੇ ਅੰਦਰ ਸ਼ੁਭ ਗੁਣਾਂ ਦੀ ਹਰਿਆਵਲ ਪੈਦਾ ਹੁੰਦੀ ਹੈ। ਤੇ ਸਤਿਗੁਰੂ ਆਖਦੇ ਨੇ, ਅਸੀਂ ਇਹ ਅਰਦਾਸ ਕਰਦੇ ਹਾਂ ਕਿ ਹੇ ਅਕਾਲ ਪੁਰਖ ਵਾਹਿਗੁਰੂ, ਆਪਣੀ ਮਿਹਰ ਵਰਤਾ, ਆਪਣੀ ਨਜ਼ਰੇ ਇਨਾਇਤ ਕਰ, ਤਾਂ ਕਿ ਸਾਨੂੰ ਵੀ ਇਹ ਦਾਤ ਪ੍ਰਾਪਤ ਹੋ ਸਕੇ। ਅਸੀਂ ਨਾਮ ਦੇ ਨਾਲ ਜੁੜ ਜਾਈਏ ਤੇ ਤੇਰੇ ਕੀਮਤੀ ਨਾਮ ਦੇ ਨਾਲ ਜੁੜ ਕਰਕੇ ਸਾਡੇ ਜੀਵਨ ਦੇ ਅੰਦਰ ਸ਼ੁਭ ਗੁਣਾਂ ਦੀ ਹਰਿਆਵਲ ਪੈਦਾ ਹੋ ਸਕੇ। ਕਿਉਂਕਿ ਇਸ ਜੀਵਨ ਦਾ ਸਭ ਤੋਂ ਵੱਡਾ ਆਧਾਰ ਤੇ ਆਸਰਾ ਉਹ ਨਾਮ ਹੈ, ਗੁਰੂ ਕੀ ਬਾਣੀ ਹੈ। ਸਾਹਿਬ ਆਖਿਆ, ਗੁਰ ਕਾ ਬਚਨ ਬਸੈ ਜੀ ਨਾਲੇ। ਨਾਮ ਨੇ ਜਿੰਦ ਨਾਲ ਵਸਣਾ ਹੈ, ਜਿੰਦ ਦੇ ਸਾਥੀ ਬਣ ਕੇ ਤੁਰਨਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਇਹਨਾਂ ਪਾਵਨ ਪਵਿੱਤਰ ਬਚਨਾਂ ਦੀ ਵਿਚਾਰ ਹਿਰਦੇ ਅੰਦਰ ਵਸ ਜਾਵੇ, ਸਾਡੇ ਹਿਰਦੇ ਵਸ ਜਾਵੇ, ਤਾਂ ਕਿ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਬਣ ਸਕਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਲਈ ਖਿਮਾ ਕਰਨਾ। ਬਚਨ ਗੁਰੂ ਕੇ ਜਾਣ ਕਰਕੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ। ਕੋਟਾਨ ਕੋਟ ਸ਼ੁਕਰ ਹੈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ, ਜਿਨ੍ਹਾਂ ਨੇ ਕਿਰਪਾ ਕੀਤੀ ਹੈ ਆਪ ਸੰਗਤ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣ ਦਾ। ਸਤਿਗੁਰੂ ਸਾਹਿਬ ਜੀ ਨੇ ਬਲ ਬਖਸ਼ਿਸ਼ ਕੀਤਾ ਹੈ। ਆਪ ਸੰਗਤਾਂ ਦਾ ਧੰਨਵਾਦ। ਧਰਮ ਪ੍ਰਚਾਰ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਦਾ ਧੰਨਵਾਦ। ਹਾਰਦਿਕ ਧੰਨਵਾਦ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਹੋਰਾਂ ਦਾ। ਆਓ ਆਖਰੀ ਪੰਕਤੀਆਂ ਪੜ੍ਹ ਕੇ ਆਪਾਂ ਸਮਾਪਤੀ ਕਰੀਏ। ਸਤਿਗੁਰੂ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਪੜ੍ਹਿਆ ਹੋਇਆ ਸਾਹਿਬ ਜੀ ਥਾਂ ਪਾ ਲੈਵਣ। ਸਾਹਿਬ ਬਖਸ਼ਿਸ਼ ਕਰਦੇ ਹਨ। ਉਤਰ ਰਾਖ ਲੀਏ ਸਗਲੇ ਪ੍ਰਭ ਆਪੇ, ਉਤਰ ਗਏ ਸਭ ਸੋਗ ਸੰਤਾਪੇ। ਨਾਮ ਜਪਤ ਮਨ ਤਨ ਹਰਿਆਵਲ, ਪ੍ਰਭ ਨਾਨਕ ਨਦਰ ਨਿਹਾਰੇ ਜੀਓ। ਵਾਹਿਗੁਰੂ ਜੀ ਕਾ ਖਾਲਸਾ,